ਤੁਹਾਨੂੰ ਪਤਾ ਜਿਹੜੀ ਗੱਲ ਮੈਂ ਵਰਸ਼ਿਪ ਕਰਦਿਆਂ ਕਹੀ ਸੀ ਪਰਮੇਸ਼ਰ ਦੇ ਦਾਸ ਪੌਲਸ ਬਾਰੇ ਕਿ ਹੁੰਦਾ ਤਾਂ ਕਿ ਸਾਰੇ ਚੀਜ਼ਾਂ ਨੂੰ ਮੈਂ ਕੂੜਾ ਕਰਕਟ ਸਮਝਦਾ ਤਾਂ ਕਿ ਮੈਂ ਮਸੀਹ ਨੂੰ ਜਾਣ ਲਵਾਂ, ਮਸੀਹ ਨੂੰ ਖੱਟ ਲਵਾਂ। ਤੁਹਾਨੂੰ ਪਤਾ ਕਿੰਨੀ ਏਜ 'ਚ ਉਹਨੇ ਗੱਲ ਲਿਖੀ? ਇਹ ਪਤਾ ਕਿੰਨੀ ਏਜ 'ਚ ਲਿਖੀ? ਆਪਣੀ ਲਾਈਫ ਦੇ ਐਂਡ ਸਮੇਂ 'ਚ। ਹਾਲੇਲੂਇਆ। ਤਕਰੀਬਨ ਉਹ 50 ਸਾਲ ਤੋਂ ਉੱਪਰ ਦਾ ਸੀਗਾ ਉਸ ਟਾਈਮ ਜਦੋਂ ਉਹਨੇ ਗੱਲ ਲਿਖੀ। ਯਾਨੀ ਬਹੁਤ ਲੰਮਾ ਸਮਾਂ ਪ੍ਰਭੂ ਨਾਲ ਚੱਲਣ ਤੋਂ ਬਾਅਦ ਉਹਨੇ ਗੱਲ ਲਿਖੀ ਹੈ ਕਿ ਮੈਂ ਸਾਰੀ ਚੀਜ਼ਾਂ ਨੂੰ ਕੂੜਾ ਕਰਕਟ ਸਮਝਦਾ ਤਾਂ ਕਿ ਮੈਂ ਮਸੀਹ ਨੂੰ ਖੱਟ ਲਵਾਂ। ਸੋ ਇਹ ਸੋਚ ਕੇ ਦੇਖੋ, ਅੱਜ ਸਮ ਟਾਈਮ ਕੋਈ ਮਾੜਾ ਜਿਹਾ ਚੱਲਦਾ ਖੁਦਾ ਨਾ, ਤੁਹਾਨੂੰ ਲੱਗਦਾ ਮੈਂ ਸਾਰਾ ਕੁਝ ਹੀ ਖੱਟ ਲਿਆ। ਪੌਲਸ ਇੰਨਾ ਲੰਮਾ ਸਮਾਂ ਚੱਲਣ ਤੋਂ ਬਾਅਦ ਵੀ ਕਹਿ ਰਿਹਾ ਕਿ ਮੈਂ ਤਾਂ ਕਿ ਮਸੀਹ ਨੂੰ ਜਾਣ ਲਵਾਂ ਔਰ ਵੈਰੀ ਵੈਲ ਤਰੀਕੇ ਨਾਲ ਜਾਣ ਲਵਾਂ। ਔਰ ਅੱਗੇ ਤੁਸੀਂ ਫਿਲਿੱਪੀਆਂ ਨੂੰ ਪੜ੍ਹਦੇ ਹੋ, ਉਹ 'ਚ ਪਤਾ ਕੀ ਲਿਖਿਆ ਪਰਮੇਸ਼ਰ ਦੇ ਦਾਸ ਨੇ? ਕਹਿੰਦਾ ਇਹ ਨਹੀਂ ਜੋ ਮੈਨੂੰ ਲੱਭ ਪਿਆ, ਕਹਿੰਦਾ ਮੈਂ ਨਿਸ਼ਾਨੇ ਵੱਲ ਨੂੰ ਦੱਬੀ ਚਲਿਆ ਜਾਣਾ ਵਾਂ ਤਾਂ ਕਿ ਜਿਸ ਦਾ ਕਰਕੇ ਮਸੀਹ ਨੇ ਮੈਨੂੰ ਹੱਥ ਪਾਇਆ ਮੈਂ ਉਸ ਚੀਜ਼ ਨੂੰ ਪੂਰਾ ਕਰਾਂ। ਦੇਖੋ ਪੌਲਸ ਕਿਹੋ ਜਿਹਾ ਕਰੈਕਟਰ ਆ, ਦੇਖੋ। ਹਾਲੇਲੂਇਆ, ਵਾਓ। ਹੱਥਾਂ ਨੂੰ ਉਠਾ ਕੇ ਪ੍ਰੇ ਕਰੀਏ ਕਿ ਇਹ ਪੌਲਸ ਦੀ ਤਰ੍ਹਾਂ ਲਾਰਡ ਮੈਂ ਵੀ ਇਦਾਂ ਹੀ ਕਰ ਸਕਾਂ। ਜਦੋਂ ਮੈਂ ਚੱਲਾਂ ਤੇਰੇ ਨਾਲ, ਮੈਂ ਖੁਦਾਵੰਦ ਦੇ ਸਮੁੰਦਰ ਆ, ਮੈਂ ਗਹਿਰਾਈ 'ਚ ਜਾਂਦਾ ਜਾਵਾਂ ਲਾਰਡ, ਮੈਂ ਗਹਿਰਾਈ ਤੋਂ ਗਹਿਰਾਈ 'ਚ ਜਾਵਾਂ ਖੁਦਾਇਆ। ਥੈਂਕ ਯੂ ਜੀਸਸ। ਪ੍ਰਭੂ ਤੁਹਾਡੀ ਮਹਿਮਾ ਹੋ, ਤੁਹਾਡੇ ਜਿਹਾ ਕੋਈ ਵੀ ਨਹੀਂ ਹੈ ਲਾਰਡ। ਤੁਸੀਂ ਵਰਸ਼ਿਪ ਦੇ ਯੋਗ ਖੁਦਾ ਹੋ। ਖੁਦਾਵੰਦ ਅੱਜ ਸਾਡੇ ਸਾਰਿਆਂ ਤੇ ਦਇਆ ਕਰਕੇ ਅਸੀਂ ਸਮਝ ਸਕੀਏ ਤੂੰ ਸਾਡੇ ਤੋਂ ਕੀ ਚਾਹੁੰਦਾ ਹੈ ਲਾਰਡ। ਯਿਸੂ ਦੇ ਨਾਮ ਸਾਰੇ ਕਹੀਏ ਆਮੀਨ। ਦੇਖੋ ਪਰਮੇਸ਼ਰ ਦਾਸ ਪੌਲਸ ਕੀ ਕਹਿੰਦਾ ਇਹ ਫਿਲਿੱਪੀਆਂ 3 ਅਧਿਆਏ ਉਹਦੇ ਵਿੱਚ ਪਰਮੇਸ਼ਰ ਦਾ ਦਾਸ ਕਹਿੰਦਾ 6 ਆਇਤ ਤੋਂ ਪੜ੍ਹਦੇ ਹਾਂ, 5 ਆਇਤ ਤੋਂ ਪੜ੍ਹਦੇ ਹਾਂ। ਕਹਿੰਦਾ ਜਨਮ ਤੋਂ 8ਵੇਂ ਦਿਨ ਦਾ ਸੁੰਨਤ ਕੀਤਾ ਹੋਇਆ ਮੈਂ ਇਸਰਾਇਲ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀ ਹਾਂ। ਸ਼ਰ੍ਹਾ ਦੀ ਪੁੱਛੋ ਤਾਂ ਫਰੀਸੀ, ਅਣਖ ਦੀ ਪੁੱਛੋ ਤਾਂ ਕਲੀਸਿਆ ਰਸਤਾਉਣ ਵਾਲਾ, ਸ਼ਰ੍ਹਾ ਵਾਲੇ ਧਰਮ ਦੀ ਪੁੱਛੋ ਤਾਂ ਨਿਰਦੋਸ਼। ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਨ ਦੀਆਂ ਸਮਝਿਆ। ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ ਅਤੇ ਮੈਂ ਉਸ ਵਿੱਚ ਪਾਇਆ ਜਾਵਾਂ ਅਤੇ ਮੇਰੇ ਆਪਣੇ ਧਰਮ ਸਹਿਤ ਨਹੀਂ ਜਿਹੜਾ ਸ਼ਰ੍ਹਾ ਤੋਂ ਹੁੰਦਾ ਹੈ, ਸਗੋਂ ਉਸ ਧਰਮ ਸਹਿਤ ਜਿਹੜਾ ਮਸੀਹ ਉੱਤੇ ਨੇਚਾ ਕਰਨ ਤੋਂ ਪਾਈਦਾ ਹੈ। ਸਾਰੇ ਕਹੀਏ ਆਮੀਨ। ਦੇਖੋ 10 ਚ ਕੀ ਕਹਿੰਦਾ? ਤਾਂ ਜੋ ਮੈਂ ਉਹਨੂੰ ਅਤੇ ਉਹਦੇ ਜੀ ਉੱਠਣ ਦੀ ਸ਼ਕਤੀ ਨੂੰ ਅਤੇ ਉਹਦੇ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ। ਆਮੀਨ। ਦੇਖੋ ਕਿੰਨੇ ਦੁੱਖ ਝੱਲ ਚੁੱਕਿਆ ਸੀ ਉਹ। ਤੁਹਾਨੂੰ ਦੱਸਿਆ ਨਾ, ਉਹ ਆਖਰੀ ਲਾਈਫ ਦੇ ਸਮੇਂ ਸੀ ਜਦੋਂ ਆ ਕਹਿੰਦਾ ਮੈਂ ਤੇਰੇ ਦੁੱਖਾਂ ਨੂੰ ਜਾਣ ਸਕਾਂ, ਤੇਰੇ ਜੀ ਉੱਠਣ ਨੂੰ ਤੇ ਉਹਨੂੰ ਜਾਣ ਸਕਾਂ। ਕਿੰਨੀ ਭੁੱਖ ਸਾਡੇ ਅੰਦਰ ਹੋਣੀ ਚਾਹੀਦੀ। ਦੇਖੋ ਹਾਲੇਲੂਇਆ, ਹਾਲੇਲੂਇਆ। ਗਹਿਰਾਈ ਨਾਲ ਆਪਾਂ ਨਾ 6 ਆਇਤ ਨੂੰ ਗਹਿਰਾਈ ਨਾਲ ਸਮਝਾਂਗੇ। ਕਹਿੰਦਾ ਅਣਖ ਦੀ ਪੁੱਛੋ ਤਾਂ ਕਲੀਸਿਆ ਰਸਤਾਉਣ ਵਾਲਾ, ਸ਼ਰ੍ਹਾ ਵਾਲੇ ਧਰਮ ਦੀ ਪੁੱਛੋ ਤਾਂ ਨਿਰਦੋਸ਼। 7 ਆਇਤ ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਹਨ ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਨ ਦੀਆਂ ਸਮਝਦਾ ਹਾਂ। ਅੱਜ ਤੁਹਾਨੂੰ ਸਮਝਣਾ ਪੈਣਾ ਵਾ ਮਸੀਹ ਦਾ ਕਰਕੇ ਕੁਝ ਚੀਜ਼ਾਂ ਜਿਹੜੀਆਂ ਤੁਹਾਨੂੰ ਲਾਭ ਦੀਆਂ ਲੱਗਦੀਆਂ ਤੁਹਾਨੂੰ ਹਾਨ ਦੀਆਂ ਸਮਝਣਾ ਪੈਣਾ। ਅੱਜ ਕੀ ਆ ਤੁਹਾਨੂੰ ਲਾਭ ਦੀਆਂ ਗੱਲਾਂ ਲੱਗਦੀਆਂ? ਤੁਹਾਨੂੰ ਲੱਗਦਾ ਸ਼ਰਾਬ ਵੇਚਣੀ, ਕਰਿਆਨੇ ਦੇ ਕੰਮ ਜੇ ਮੈਂ ਕਰਨਾ ਤੇ ਲਾਭ ਦੀਆਂ ਗੱਲਾਂ ਵਾ। ਮਸੀਹ ਦਾ ਕਰਕੇ ਤੁਹਾਨੂੰ ਹਾਨ ਦੀਆਂ ਸਮਝਣਾ ਪੈਣਾ ਇਹਨਾਂ ਨੂੰ। ਤੁਹਾਨੂੰ ਲੱਗਦਾ ਆਹ ਚੀਜ਼ ਮੈਂ ਵੇਚ ਸਕਦਾ, ਆਹ ਚੀਜ਼ ਮੈਂ ਕਰ ਸਕਦਾ ਵਾਂ। ਆਪਾਂ ਕਿਹੜਾ ਪੀਣੀ ਆ? ਆਪਾਂ ਕਿਹੜਾ ਸਿਗਰਟ ਪੀਣੇ? ਜੇ ਕਿਸੇ ਨੂੰ ਲਿਆਤੀ ਆ, ਜੇ ਵੇਚਤੀ ਆ, ਉਹਦਾ ਕੀ ਹੋ ਗਿਆ? ਤੁਹਾਨੂੰ ਜਿਹੜੀਆਂ ਤੁਸੀਂ ਲਾਭ ਦੀਆਂ ਸਮਝਦੇ ਸਿਰਫ ਮਸੀਹ ਦਾ ਕਰਕੇ ਤੁਹਾਨੂੰ ਹਾਨ ਦੀਆਂ ਸਮਝਣਾ ਪੈਣਾ ਉਹਨਾਂ ਨੂੰ। ਹਾਲੇਲੂਇਆ। ਤਾਂ ਅੱਗੇ ਉਹਨੇ ਹੋਰ ਡੀਪ ਚਲਾ ਗਿਆ। ਦੇਖਿਓ ਹਾਨ ਦੀਆਂ ਸਮਝਿਆ ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਸਮਝਦਾ ਹਾਂ ਅਤੇ ਉਹਦੀ ਖਾਤਰ ਮੈਂ ਇਹਨਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਵੀ ਆ ਅਤੇ ਉਹਨਾਂ ਨੂੰ ਕੂੜਾ ਸਮਝਦਾ ਪਈ ਮੈਂ ਮਸੀਹ ਨੂੰ ਖੱਟ ਲਵਾਂ। ਅੱਜ ਥੋੜਾ ਸਮਝ ਪਾ ਰਹੇ? ਮਸੀਹ ਨੂੰ ਸਮਝਣ ਲਈ, ਮਸੀਹ ਨੂੰ ਪਾਉਣ ਦੇ ਲਈ ਤੁਹਾਨੂੰ ਆਲ ਲੂਜ਼ ਕਰਨਾ ਪੈਣਾ। ਆਲ। ਹਾਲੇਲੂਇਆ। ਕਹਿੰਦਾ ਮੈਂ ਉਹਦੇ ਆਪਣੇ ਪਰਮੇਸ਼ਰ ਦੇ ਗਿਆਨ ਦੀ ਉੱਤਮਤਾਈ ਦੇ ਨਿਮਿਤ
ਸਾਰੀਆਂ ਗੱਲਾਂ ਨੂੰ ਹਾਨ ਦੀਆਂ ਸਮਝਦਾ ਤੇ ਉਹਦੀ ਖਾਤਰ ਇਹਨਾਂ ਸਭਨਾ ਗੱਲਾਂ ਦੀ ਹਾਨ ਵੀ ਚੱਲੀ ਆ, ਹਾਨੀ ਚੱਲੀ ਜਾਣੀ। ਤੇ ਕਿਹਨੂੰ ਮੈਂ ਪਾ ਲਵਾਂ? ਅੱਜ ਕੁਝ ਪਰਸਨ ਪਰਮੇਸ਼ਵਰ 'ਚ ਨਾ ਚੱਲਣਾ ਉਹਨਾਂ ਨੂੰ ਮਨਜ਼ੂਰ ਆ, ਔਰ ਇੱਕ ਪਰਸਨ ਨੂੰ ਉਹ ਨਾਰਾਜ਼ ਕਰਨ ਨੂੰ ਤਿਆਰ ਨਹੀਂ ਆ। ਤੇ ਪੌਲਸ ਕਹਿੰਦਾ ਮੈਂ ਹਾਨੀ ਚੱਲੀ ਆ। ਕੀ ਕਹਿੰਦਾ ਪੌਲਸ? ਮੈਂ ਹਾਨੀ ਚੱਲੀ। ਸਾਰੀਆਂ ਗੱਲਾਂ ਦੀ ਡਿਗਰੀਆਂ ਦੇ ਵਿੱਚ ਪੌਲਸ ਨੰਬਰ 1 ਸੀਗਾ। ਫਰੀਸੀਆਂ ਦਾ ਫਰੀਸੀ ਸੀ, ਇਬਰਾਨੀਆਂ ਦਾ ਇਬਰਾਨੀ ਸੀ। ਹਾਲੇਲੂਇਆ। ਸ਼ਰ੍ਹਾ ਦੀ ਪੁੱਛੋ ਤਾਂ ਕਹਿੰਦਾ ਮੈਂ ਨਿਰਦੋਸ਼ ਸੀਗਾ, ਜਨਮ ਤੋਂ 8ਵੇਂ ਦਿਨ ਦਾ ਸੁਨਨਤ ਕੀਤਾ ਹੋਇਆ। ਹਾਲੇਲੂਇਆ। ਰੋਮਨ ਨੈਸ਼ਨੈਲਿਟੀ ਸੀ ਉਹ ਬੰਦੇ ਕੋ, ਸਲੂਟ ਵੱਜਦੀ ਸੀ ਉਹਨੂੰ, ਪਰ ਉਹ ਕਹਿੰਦਾ ਮੈਂ ਸਾਰੀਆਂ ਚੀਜ਼ਾਂ ਨੂੰ ਹਾਨੀ ਝੱਲ ਲਈ, ਹਾਨੀ ਤਾਂ ਕਿ ਮੈਂ ਮਸੀਹ ਨੂੰ ਪਾ ਲਵਾਂ। ਅੱਜ ਅਸੀਂ ਕੀ ਝੱਲਣ ਨੂੰ ਤਿਆਰ ਹਾਂ ਤਾਂ ਕਿ ਮਸੀਹ ਨੂੰ ਪਾ ਲਈਏ। ਹਾਲੇਲੂਇਆ। ਕੀ ਅਸੀਂ ਖੋਣ ਨੂੰ ਤਿਆਰ ਹਾਂ? ਅੱਜ ਕਿੰਨੇ ਜਣੇ ਨੇ ਆਉਂਦੇ ਹੁੰਦੇ ਉਹ ਅਪੋਸਲ ਜੀ ਦਾ ਕਲਾਮ ਸੁਣਿਆ, ਵਾਓ ਕਿੰਨਾ ਅਮੇਜ਼ਿੰਗ ਸੀ। ਘੁਮੰਡ ਬਾਰੇ ਦੱਸ ਰਿਹਾ ਸੀ ਔਰ ਹੰਬਲਨੈਸ ਬਾਰੇ ਦੱਸ ਰਿਹਾ ਸੀ। ਪਹਿਲਾਂ ਤਾਂ ਪਰਮੇਸ਼ਰ ਦੇ ਦਾਸ ਲਈ ਜ਼ੋਰਦਾਰ ਤਾੜੀ ਵਜਾਈਏ, ਦਿਲ ਖੋਲ ਕੇ ਵਜਾਈਏ। ਹਾਲੇਲੂਇਆ। ਮੈਂ ਤੁਹਾਨੂੰ ਅੱਜ ਸ਼ਰੇਆਮ ਕਹਿਣਾ, ਆਈ ਲਵ ਹਿਮ ਸੋ ਮਚ। ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਕਿਉਂਕਿ ਹੀ ਇਜ਼ ਅ ਰੀਅਲ ਮੈਨ ਆਫ ਗॉड। ਹੀ ਇਜ਼ ਅ ਰੀਅਲ, ਹਾਲੇਲੂਇਆ, ਹੀ ਇਜ਼ ਅ ਰੀਅਲ ਮੈਨ ਆਫ ਗॉड। ਹਾਲੇਲੂਇਆ। ਇੱਥੇ ਕੋਈ ਮਾੜਾ ਜਿਹਾ ਚੱਲ ਕੇ ਉਹਨਾਂ ਘਮੰਡ ਨਹੀਂ ਜਾਣ ਡਿਆ। ਉਹ ਇੰਨਾ ਪਹੁੰਚ ਗਿਆ ਤਾਂ ਤੇ ਉਹ ਕਹਿੰਦੇ ਮੰਤਰੀਆਂ 'ਚ ਮੈਂ ਬੈਠ ਕੇ ਗੱਲ ਪਤਾ ਕਿੱਥੋਂ ਸ਼ੁਰੂ ਕੀਤੀ ਕਿ ਮੈਂ ਨਸ਼ੇੜੀ ਸੀਗਾ। ਇੱਥੇ ਲੋਕੀ ਮਾੜਾ ਜਿਹਾ ਚੱਲਦੇ ਆ ਤੇ ਘਮੰਡ ਦੀਆਂ ਇੱਥੋਂ ਤੱਕ ਟੀਸੀਆਂ ਚਲੀਆਂ ਜਾਂਦੀਆਂ। ਤਾਂ ਅੱਜ ਉਹਨਾਂ ਨੇ ਦੇਖੋ ਕੀ ਪ੍ਰੀਚ ਕੀਤਾ। ਕਹਿੰਦੇ ਮੈਂ ਇੰਨਾ ਬ੍ਰਾਂਚਾਂ ਇੰਨੀਆਂ ਖੁੱਲ ਚੁੱਕੀਆਂ, ਲੱਖਾਂ ਦੀ ਕਲੀਸਿਆ ਵਾ, ਤੇ ਮੈਂ ਮੰਤਰੀਆਂ 'ਚ ਬਹਿ ਕੇ, ਮੰਤਰੀ ਤੇ ਵੱਡੇ ਵੱਡੇ ਅਫਸਰ ਸੋਚਣ ਡਿਆ ਸੀ ਕਿੱਥੋਂ ਗੱਲ ਸ਼ੁਰੂ ਕਰੂਗਾ। ਕਹਿੰਦੇ ਮੈਂ ਸਿੱਧੀ ਗੱਲ ਸ਼ੁਰੂ ਕੀਤੀ, ਮੈਂ ਨਸ਼ੇੜੀ ਸੀ। ਕਹਿੰਦੇ ਉਹ ਹੈਰਾਨ ਹੋ ਗਏ, ਚੱਕਰ ਜਿਹਾ ਆ ਗਿਆ ਉਹਨਾਂ ਨੂੰ, ਇਹ ਕਿੱਥੋਂ ਗੱਲ ਸ਼ੁਰੂ ਕੀਤੀ। ਕਹਿੰਦੇ ਕਿਸੇ ਨੇ ਮੈਨੂੰ ਕਿਹਾ ਤੁਸੀਂ 2009 'ਚ ਤੁਹਾਨੂੰ ਮੈਂ ਮੋਟਰਸਾਈਕਲ ਤੇ ਦੇਖਿਆ ਸੀ। ਕਹਿੰਦੇ ਮੈਂ ਇਨਕਾਰ ਨਹੀਂ ਕੀਤਾ ਵੀ ਮੈਂ ਪਤਾ ਨਹੀਂ ਕਿਹੜੇ ਲੈਵਲ ਤੇ ਪਹੁੰਚ ਗਿਆ। ਮੈਂ ਕਿਹਾ ਹਾਂ, ਉਹ ਮੈਂ ਤੋਂ ਹਲੇ ਵੀ ਸਾਂਭ ਕੇ ਰੱਖਿਆ ਤਾਂ ਕਿ ਮੈਨੂੰ ਯਾਦ ਰਵੇ ਮੈਂ ਕਿੱਥੋਂ ਨਿਕਲਿਆ ਸੀ। ਹਾਲੇਲੂਇਆ। ਜ਼ੋਰਦਾਰ ਤਾੜੀ ਵਜਾਈਏ ਲਾਰਡ ਦੇ ਲਈ। ਹਾਲੇਲੂਇਆ। ਪੌਲਸ ਕਹਿੰਦਾ ਮੈਂ ਹਾਨ ਦੀ ਗੱਲ ਸਮਝੀ ਆ, ਮੈਂ ਹਾਨੀ ਚੱਲਣ ਨੂੰ ਤਿਆਰ ਆ, ਕਹਿੰਦਾ ਤਾਂ ਕਿ ਮੈਂ ਮਸੀਹ ਨੂੰ ਪਾ ਲਵਾਂ। ਅੱਜ ਮੈਂ ਇੱਕ ਕੁਐਸਚਨ ਕਰਦਾ ਸੀ, ਕਿਹੜੀ ਚੀਜ਼ ਲੂਜ਼ ਕਰ ਸਕਦੇ ਮਸੀਹ ਦਾ ਕਰਕੇ, ਕਿਹੜੀ ਚੀਜ਼ ਛੱਡ ਸਕਦੇ ਆ। ਹਾਲੇਲੂਇਆ। ਪੌਲਸ ਦੀ ਲਾਈਫ ਨੂੰ ਅੱਜ ਥੋੜਾ ਜਿਹਾ ਇੱਥੇ ਸਿੱਖਾਂਗੇ। ਰਸੂਲਾਂ ਦੇ ਕਿਤਾਬ ਖੋਲੀਏ। ਬਹੁਤ ਸਾਰੇ ਲੋਕ ਅਪੋਸਲ ਜੀ ਦੇ ਬਾਰੇ ਇਹ ਚਰਚ ਨਹੀਂ ਸੋਚਦਾ, ਪਰ ਮੈਂ ਤੁਹਾਨੂੰ ਦੱਸਦਾ ਦੁਨੀਆ ਦੇ ਲੋਕ ਬਹੁਤ ਸਾਰੇ ਜਿਹੜੇ ਉਹਨਾਂ ਨੂੰ ਨਜ਼ਦੀਕੀ ਤੋਂ ਨਹੀਂ ਜਾਣਦੇ ਜਾਂ ਆਤਮਾ ਦੁਆਰਾ ਨਹੀਂ ਜਾਣਦੇ, ਉਹ ਲੋਕਾਂ ਦੇ ਬਹਿਕਾਵੇ 'ਚ ਆ ਜਾਂਦੇ ਆ। ਪਰ ਮੈਂ ਤੁਹਾਨੂੰ ਦੱਸਦਾ ਅਪੋਸਲ ਅੰਕਨੂਲਾ ਇਹੋ ਜਿਹੇ ਖੁਦਾਵੰਦ ਦੇ ਖਾਦਮ, ਉਹਨਾਂ ਨੂੰ ਬੀਜ ਦੇ ਨਾਲ ਕੋਈ ਇੰਪ੍ਰੈਸ ਨਹੀਂ ਕਰ ਸਕਦਾ ਜਿੰਨਾ ਮਰਜ਼ੀ ਵੱਡਾ ਸੀਡ ਬੋ ਦੋ। ਮੈਂ ਪਰਸਨਲੀ ਦੇਖਿਆ ਉਹਨਾਂ ਨੂੰ, ਉਹ ਆਤਮਾ ਦੁਆਰਾ ਚੱਲਦੇ ਆ। ਉਹ ਬੀਜ ਦਾ ਇਸ ਕਰਕੇ ਸਿਖਾਉਂਦੇ ਕਿਉਂਕਿ ਬਾਈਬਲ ਦੱਸਦੀ ਹੈ। ਤੁਸੀਂ ਬਾਈਬਲ ਦੀ ਇੱਕ ਗੱਲ ਤੇ ਵਿਸ਼ਵਾਸ ਔਰ ਦੂਜੀ ਗੱਲ ਤੇ ਅਵਿਸ਼ਵਾਸ ਨਹੀਂ ਕਰ ਸਕਦੇ। ਮੈਂ ਬੁੱਧਵਾਰ ਵੀ ਦੱਸਿਆ ਸੀ, ਜਿੰਨਾ ਸੱਚ ਯੀਸ਼ੂ ਮਸੀਹ ਦਾ ਆਉਣਾ ਵਾ, ਮਰਨਾ ਵਾ, ਜੀ ਉੱਠਣਾ ਵਾ, ਓਨਾ ਹੀ ਸੱਚ ਆ ਉਹਦਾ ਫਿਰ ਬਦਲਾਂ ਤੇ ਆਉਣਾ। ਓਨਾ ਹੀ ਸੱਚ ਉਹਦੇ ਚਮਤਕਾਰ ਵਾ, ਓਨਾ ਹੀ ਸੱਚ ਬੋਣਾ ਵਾ, ਓਨਾ ਹੀ ਸੱਚ ਵਿਸ਼ਵਾਸ ਦੇਣਾ ਵਾ, ਓਨਾ ਹੀ ਸੱਚ ਪਿਆਰ ਕਰਨਾ, ਓਨਾ ਹੀ ਸੱਚ ਫੋਰਗਿਵ ਕਰਨਾ ਵਾ। ਤੁਸੀਂ ਇੱਕ ਨੂੰ ਸੱਚ ਔਰ ਦੂਜੇ ਨੂੰ ਅਨਬਲੀਵ, ਇੱਕ ਨੂੰ ਐਕਸੈਪਟ ਔਰ ਦੂਜੇ ਨੂੰ ਅਨਐਕਸੈਪਟ ਨਹੀਂ ਕਰ ਸਕਦੇ। ਜੇ ਤੁਸੀਂ ਬਾਈਬਲ ਤੇ ਬਲੀਵ ਕਰਨਾ, ਤੁਹਾਨੂੰ ਪੂਰੀ ਤੇ ਕਰਨਾ ਪੈਣਾ। ਹਾਲੇਲੂਇਆ, ਹਾਲੇਲੂਇਆ। ਮੈਨੂੰ ਅੱਛਾ ਲੱਗਦਾ, ਕੋਈ ਨਾ ਕੋਈ ਕਹਿੰਦਾ ਰਹਿੰਦਾ ਮੈਨੂੰ, ਇੱਥੇ ਬੱਲੀ ਭਾਈ ਹਮੇਸ਼ਾ ਮੇਰੇ ਕੰਨ 'ਚ ਕਹਿੰਦੇ ਹੁੰਦੇ ਚੈਂਤੋ ਪਰਚੈਂਤੋ। ਹਾਲੇਲੂਇਆ। ਤਾਂ ਹੀ ਮੈਂ ਵਰਸ਼ਿਪ ਟਾਈਮ ਵੀ ਕਹਿਣਾ ਹੁੰਦਾ ਜਿਹੜੇ ਮੇਰੇ ਲਾਗੇ ਛਾਗੇ ਹੁੰਦੇ ਆ ਨਾ, ਕਿਉਂਕਿ ਇਹ ਮਿਨਿਸਟਰੀ ਆਤਮਾ ਦੁਆਰਾ ਚੱਲਣ ਵਾਲੀ ਫਲੋ ਦੁਆਰਾ। ਤੇ ਮੈਂ ਤਾਂ ਹੀ ਪੂਰੀ ਟੀਮ ਨੂੰ ਕਹਿਣਾ ਹੁੰਦਾ ਵੀ ਜੇ ਮੈਂ ਕਹਿੰਦਾ ਹੱਥ ਉਠਾਓ ਤਾਂ ਮੇਰਾ ਕਰਕੇ ਉਠਾ ਲਿਆ ਕਰੋ ਤਾਂ ਕਿ ਸਾਡੇ ਪਾਸਟਰ ਦਾ ਫਲੋ ਨਾ ਖਰਾਬ ਹੋਵੇ। ਸਮਝਦੇ? ਜੇ ਹੁਣ ਪਾਸਟਰ ਤੁਹਾਡਾ ਕਹਿ ਰਿਹਾ ਹੱਥ ਉਠਾਓ, ਇਦਾਂ ਕਰੋ, ਔਰ ਤੁਸੀਂ ਅਵਾਂਸੀਆਂ ਮਾਰੀ ਜਾ ਰਹੇ ਆ, ਤੁਸੀਂ ਪੂਰੀ ਮੀਟਿੰਗ ਦਾ ਨੁਕਸਾਨ ਕਰਨ ਜਾ ਰਹੇ ਆ, ਤੁਸੀਂ ਪਿਛਲਿਆਂ ਨੂੰ ਵੀ ਬਲੈਸ ਹੋਣ ਤੋਂ ਰੋਕਣ ਜਾ ਰਹੇ ਆ। ਤਾਂ ਹੀ ਮੈਂ ਕਹਿਣਾ ਨਹੀਂ, ਆਤਮਾ ਦੁਆਰਾ ਵਾ, ਫਲੋ ਦੁਆਰਾ। ਹਾਲੇਲੂਇਆ। ਔਰ ਪਾਸਟਰ ਬੈਨੀ ਹਿਨ ਕਹਿੰਦੇ ਹੁੰਦੇ ਜਿਹੜਾ ਕਹਿੰਦੇ ਮੋਰਲੀ ਸੀਟ ਤੇ ਅੱਜ ਉਹ ਸੁਸਤੀ ਕਰ ਰਿਹਾ, ਉਹ ਧਿਆਨ ਨਹੀਂ ਲਾ ਰਿਹਾ ਵਰਸ਼ਿਪ 'ਚ, ਉਹਨੂੰ ਕਹਿ ਦਿਓ ਭਾਈ ਪਿੱਛੇ ਚੱਲ ਜਾ, ਬਾਕੀਆਂ ਨੂੰ ਬਲੈਸ ਹੋਣ ਤੋਂ ਨਾ ਰੋਕਦੀ। ਹਾਲੇਲੂਇਆ। ਇਸੇ ਕਰਕੇ ਮੈਂ ਕਹਿੰਦਾ ਪੂਰੀ ਟੀਮ ਮੇਰੇ ਨਾਲ ਐਗਰੀ ਰਿਹਾ ਕਰੋ।
ਜਦੋਂ ਮੈਂ ਕਹਿੰਦਾ ਪ੍ਰਾਰਥਨਾ ਕਰੋ, ਆਪਣੇ ਪਾਸਟਰ ਨਾਲ ਕਨੈਕਟ ਹੋ ਜਾਓ ਤਾਂ ਕਿ ਕਲੀਸਿਆ ਬਲੈਸ ਹੋ ਕੇ ਘਰੇ ਜਾਵੇ। ਕੁਝ ਗੱਲਾਂ ਸਪਿਰਿਚੁਅਲੀ ਨਹੀਂ ਲੱਗਦੀਆਂ ਪਰ ਹੈ ਸਪਿਰਿਚੁਅਲੀ ਆ। ਹਾਲੇਲੂਇਆ, ਤਾਲੀ ਵਜਾਈਏ ਲਾਰਡ ਦੇ ਲਈ। ਹਾਲੇਲੂਇਆ, ਓ ਹਾਲੇਲੂਇਆ। ਮੈਂ ਕਹਿੰਦਾ ਇੱਕ ਵਾਰੀ ਖੁਦਾ ਦੇ ਦਾਸ ਦੇ ਲਈ ਹੱਥ ਉਠਾ ਕੇ ਦੁਆ ਕਰੀਏ, ਦੁਆ ਕਰੀਏ ਜਿੱਦਾਂ ਬ੍ਰਾਂਚਾਂ ਵੱਧ ਰਹੀਆਂ, ਖੁਦਾ ਉਹਨਾਂ ਨੂੰ ਸਟਰੈਂਥ ਤੇ ਤਾਕਤ ਦਿੰਦਾ ਜਾਵੇ ਔਰ ਉਹ ਵੱਧਦੇ ਹੀ ਚਲੇ ਜਾਣ ਔਰ ਰੂਹਾਂ ਨੂੰ ਜਿੱਤਣ। ਮੈਂ ਕਹਿੰਦਾ ਅੱਜ ਦਿਲ ਖੋਲ ਕੇ ਦੁਆ ਕਰੀਏ ਉਹਨਾਂ ਦੇ ਲਈ। ਅਪੋਸਟਲ ਅੰਕੁਰੂਲਾ ਜੀ ਦੇ ਲਈ ਦੁਆ ਕਰੀਏ। ਓ ਲਾਰਡ, ਥੈਂਕ ਯੂ ਲਾਰਡ, ਥੈਂਕ ਯੂ, ਵੀ ਵਰਸ਼ਿਪ ਯੂ ਲਾਰਡ, ਵੀ ਗਿਵ ਯੂ ਗਲੋਰੀ, ਵੀ ਗਿਵ ਯੂ ਆਨਰ ਲਾਰਡ। ਓ ਮੰਥੂਰੀਆ ਮਨੋਸ਼ਾ ਕਤਲਾ ਮੰਥੂਰੀਆ ਬਕਾਨਾਮਾ ਸੇ ਹਮਾਰੂਸਾ ਕਤਲਾਮਾ। ਪਰਮੇਸ਼ਰ ਅਸੀਂ ਤੇਰੇ ਦਾਸ ਦੇ ਲਈ ਸ਼ੁਕਰਗੁਜ਼ਾਰੀ ਕਰਦੇ। ਆਪਣੇ ਦਾਸ ਨੂੰ ਤੂੰ ਬਰਕਤ ਤੇ ਬਰਕਤ ਦਿੰਦਾ ਜਾ, ਆਪਣੇ ਦਾਸ ਨੂੰ ਬਰਕਤ ਤੇ ਬਰਕਤ ਦੇ ਲਾਰਡ। ਆਪਣੇ ਦਾਸ ਨੂੰ ਮੱਸੇ ਤੇ ਮੱਸੇ ਨਾਲ ਭਰਦਾ ਜਾ। ਤੇਰਾ ਦਾਸ ਜਿੱਦਾਂ ਬ੍ਰਾਂਚਾਂ ਓਪਨ ਹੋਈਆਂ, ਤੇਰੇ ਦਾਸ ਨੂੰ ਕਿਸੇ ਵੀ ਚੀਜ਼ ਦੀ ਘਟੀ ਨਾ ਹੋਵੇ, ਨਾ ਮੱਸੇ ਦੀ, ਨਾ ਡਿਵਾਈਨ ਹੈਲਪਰਾਂ ਦੀ, ਨਾ ਟੀਮ ਦੀ, ਨਾ ਡਿਵਾਈਨ ਹੈਲਪਰਾਂ ਦੀ, ਨਾ ਪੈਸੇ ਦੀ, ਕਿਸੇ ਚੀਜ਼ ਦੀ ਨਹੀਂ। ਪਰਮੇਸ਼ਰ ਤੇਰਾ ਦਾਸ ਹਮੇਸ਼ਾ ਓਨਰ ਪਾਵੇ ਲਾਰਡ, ਔਰ ਅਸੀਂ ਤੇਰੇ ਦਾਸ ਦੇ ਅਧੀਨ ਰਹੀਏ ਲਾਰਡ। ਓ ਪਰਮੇਸ਼ਰ ਤੁਸੀਂ ਮਹਾਨ ਹੋ ਲਾਰਡ, ਤੁਹਾਡਾ ਨਾਮ ਉੱਚਾ ਹੋਵੇ ਸਾਮਰਥੀ ਪਰਮੇਸ਼ਰ, ਤੁਹਾਡਾ ਨਾਮ ਮਹਿਮਾ ਪਾਵੇ ਲਾਰਡ। ਹਾਲੇਲੂਇਆ, ਯੀਸ਼ੂ ਦੇ ਨਾਮ। ਸਾਰੇ ਕਹੇ ਆਮੀਨ, ਸਾਰੇ ਕਹੇ ਆਮੀਨ। ਕਿੰਨੇ ਅੱਜ ਖੁਸ਼ ਆ, ਆਲਰੇਡੀ ਕਿੰਨੇ ਖੁਸ਼ ਆ। ਹਾਲੇਲੂਇਆ। ਐਜ਼ ਏ ਪਾਸਟਰ ਮੈਂ ਚਾਹੁੰਦਾ ਇੱਕ ਵਾਰੀ ਫਿਰ ਦੋਨੋਂ ਮਨਦੀਪ ਤੇ ਮਧੂ ਖੜੇ ਹੋਣ, ਫਿਰ ਤੋਂ ਇਹਨਾਂ ਦਾ ਸਵਾਗਤ ਕਰੀਏ ਕਲੀਸਿਆ ਦੇ ਜ਼ੋਰਦਾਰ ਤਾੜੀਆਂ ਦੇ ਨਾਲ। ਹਾਲੇਲੂਇਆ। ਦੇਖੋ ਇਹ ਕਿੰਨੇ ਸੋਹਣੇ ਲੱਗ ਰਹੇ ਆ ਦੋਨੋਂ। ਹਾਲੇਲੂਇਆ। ਓ ਅਸੀਂ ਤੁਹਾਡੀ ਲਾਈਫ ਲਈ ਸ਼ੁਕਰਗੁਜ਼ਾਰੀ ਕਰਦੇ ਹਾਂ। ਬਹਿ ਸਕਦੇ ਆ ਤੁਸੀਂ। ਗॉड ਬlesਸ ਯੂ। ਓ ਹਾਲੇਲੂਇਆ। ਰਸੂਲਾਂ ਦੇ ਕਿਤਾਬ 9 ਅਧਿਆਇ ਖੋਲੀਏ। ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ ਬਾਈਬਲ ਦੇ ਵਿੱਚੋਂ। ਹਾਲੇਲੂਇਆ। नौ अध्याय 23 आयत तो पढ़ांगे आप 23 तो। जब बहुत दिन बीत गए तो यहूदियों ने उहदे मार कत्तण दा मता पकाया, पर उन्हां दा मता सौलस नूं मालूम यानी पौलुस नूं मालूम हो गया ते उन्हां ने रात दिन दरवाज़ियां दी भी राखी कीती भई ओनू मार सुट्टण। पर उहदे चेलियां ने रात दे वेले ओनू लिया अते टोकरे विचों बहाल के सफील उपरों उतार दिता। सारे कहिए आमीन। ਹੁਣ 26 ਆਇਤ ਤੋਂ ਪੜਾਂਗੇ। ਜਾਂ ਉਹ ਯਰੂਸ਼ਲਮ ਵਿੱਚ ਆਇਆ ਤਾਂ ਚੇਲਿਆਂ ਵਿੱਚ ਰਲ ਜਾਣ ਦਾ ਯਤਨ ਕੀਤਾ, ਪਰ ਸਭ ਉਸ ਤੋਂ ਡਰਦੇ ਸਨ, ਕਿਉਂ ਜੋ ਉਹਦੇ ਚੇਲੇ ਹੋਣ ਨੂੰ ਸੱਤ ਨਾ ਮੰਨਿਆ। ਪਰ ਬਰਨਬਾਸ ਉਹਨੂੰ ਰਸੂਲਾਂ ਦੇ ਕੋਲ ਲੈ ਗਿਆ ਅਤੇ ਉਹਨਾਂ ਨੂੰ ਦੱਸਿਆ ਭਈ ਉਹਨੇ ਕਿਸ ਪ੍ਰਕਾਰ ਰਾਹ ਵਿੱਚ ਪ੍ਰਭੂ ਨੂੰ ਡਿੱਠਾ ਸੀ ਅਤੇ ਉਸ ਨੇ ਉਹਦੇ ਨਾਲ ਗੱਲਾਂ ਕੀਤੀਆਂ ਅਤੇ ਉਹ ਕਿਸ ਤਰ੍ਹਾਂ ਦਮਿਸ਼ਕ ਵਿੱਚ ਯਿਸੂ ਦੇ ਨਾਮ ਉੱਤੇ ਬੇਤੜਕ ਬਚਨ ਕਰਦਾ ਸੀ। ਤਦ ਉਹ ਉਹਨਾਂ ਦੇ ਨਾਲ ਯਰੂਸ਼ਲਮ ਵਿੱਚ ਆਉਂਦਾ ਜਾਂਦਾ ਰਿਹਾ ਅਤੇ ਪ੍ਰਭੂ ਦੇ ਨਾਮ ਤੇ ਬੇਤੜਕ ਬਚਨ ਕਰਦਾ ਸੀ ਅਤੇ ਯੂਨਾਨੀ ਯਹੂਦੀਆਂ ਨਾਲ ਗੱਲਾਂ ਅਤੇ ਬਹਿਸ ਕਰਦਾ ਸੀ ਔਰ ਉਹਨਾਂ ਉਹਦੇ ਮਾਰ ਸੁੱਟਣ ਨੂੰ ਲੱਕ ਬੱਧਾ। ਜਾਂ ਭਾਈਆਂ ਨੂੰ ਇਹ ਮਾਲੂਮ ਹੋਇਆ ਤਾਂ ਉਹ ਉਸ ਨੂੰ ਕੈਸਰੀਆ ਵਿੱਚ ਲਿਆਏ ਅਤੇ ਤਰਸੁਸ ਦੀ ਵੱਲ ਤੋਰ ਦਿੱਤਾ। ਸਾਰੇ ਕਹੀਏ ਆਮੀਨ, ਸਾਰੇ ਕਹੀਏ ਹਾਲੇਲੂਇਆ, ਸਾਰੇ ਕਹੀਏ ਹਾਲੇਲੂਇਆ। मेरे मगर कहिए पौलुस, रसूल पौलुस, डिसाइपल पौलुस। हालेलुया। ਅਪੋਸਟਲ ਪੌਲਸ। ਹਾਲੇਲੂਇਆ। ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਦਾ, ਜਦੋਂ ਉਹਨੇ ਉਹਦਾ ਜੀਵਨ ਬਦਲਿਆ, ਜਦੋਂ ਯੀਸ਼ੂ ਮਸੀਹ ਦੇ ਲੋਕਾਂ ਨੂੰ ਫੜਵਾਉਣ ਦੇ ਲਈ ਇੱਕ ਪੱਤਰ ਲੈ ਕੇ, ਚਿੱਠੀ ਲੈ ਕੇ ਪ੍ਰਧਾਨ ਜਾਜਕ ਤੋਂ ਉਹ ਜਾ ਰਿਹਾ ਦਮਿਸ਼ਕ ਵੱਲ ਨੂੰ, ਉਹ ਜੋਤ ਚਮਕੀ ਉੱਥੇ ਔਰ ਉਹ ਅੰਨਾ ਹੋ ਗਿਆ ਔਰ ਡਿੱਗ ਪਿਆ ਔਰ ਆਵਾਜ਼ ਕੀ ਆਈ, हे सौलस तू मैनू क्यों सताना है। उन्हें क्या प्रभु जी तू कौन? कहने मैं यीशु नासरी हाँ। हालेलुया। जिनू तू सताना। उदों बाद हनन्याह ने उत्ते हाथ रखे यीशु मसीह दे कहण ते और वो दुआ च रिपेंट च गया और पाखरू ना भर गया। ये सौलस जिहड़ा पौलस बनिया बाद च और छिलके उतरे और सुजाखा भी हो गया। हुण गौर करना, दमिश्क च ही इन्हें प्रचार करना शुरू करता और की होया, यहूदी लोग इहदे की मार सुट्टण दे मगर पै गए और बाकी चेलियां ने की कीता, इहनूं टोकरे च पा के खिड़की राही, क्योंकि उन्होंने पैरे दिते रातां नूं भी मारन वालियां ने, इहनूं मार देना आपां। यार हले तो पौलुस ने शुरू ही होया वा, हुणे ही मार देना। उदों बाद वो वापस आया यरूशलेम च, उत्थे चेलियां नाल रलण दी कोशिश कीती है।
ਉੱਥੇ ਫਿਰ ਕੀ ਹੋਇਆ? ਐਂਡ ਤੇ ਆ ਕੇ ਯਹੂਦੀਆਂ ਨੇ ਬਾਕੀ ਲੋਕਾਂ ਨੇ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਹਾਲੇਲੂਇਆ। ਫਿਰ ਪ੍ਰਭੂ ਨੇ ਕੀ ਕੀਤਾ? ਚੇਲਿਆਂ ਨੇ ਕੀ ਕੀਤਾ? ਚੇਲਿਆਂ ਨੇ ਉਹਨੂੰ ਕੀ ਕੀਤਾ? ਉਹਨੂੰ ਤਰਸੁਸ ਦੀ ਵੱਲ ਤੋੜ ਦਿੱਤਾ। ਕੈਸਰੀਆ ਤੋਂ ਲਿਆਏ ਅਤੇ ਤਰਸੁਸ ਦੀ ਵੱਲ ਤੋੜ ਦਿੱਤਾ। ਅੱਛਾ, ਹੋ ਕੀ ਰਿਹਾ ਇਹ? ਗੌਰ ਕਰੋ। ਮੈਂ ਅੱਜ ਦਾ ਨਾ ਕੁਝ ਵੰਡਣਾ ਚਾਹੁੰਦਾ ਪੌਲਸ ਦੀ ਲਾਈਫ ਨੂੰ ਪ੍ਰਭੂ ਨੇ ਕਿੱਦਾਂ ਇਸਤੇਮਾਲ ਕੀਤਾ। ਅੱਜ ਤੁਹਾਡੇ ਨਾਲ ਵੀ ਉਹ ਇਦਾਂ ਹੀ ਕਰਦਾ। ਹਾਲੇਲੂਇਆ। ਪਰਮੇਸ਼ਰ ਨੂੰ ਪਤਾ ਸੀ ਕਿ ਯੂਸਫ ਜੇ ਆਪਣੇ ਮਾਂ ਪਿਓ 'ਚ ਘਰਾਣੇ 'ਚ ਰਿਹਾ, ਜੇ ਯੂਸਫ ਹੀ ਮਰ ਗਿਆ, ਡ੍ਰੀਮ ਕਿੱਦਾਂ ਪੂਰੇ ਹੋਣਗੇ? ਮਸਟ ਜ਼ਰੂਰੀ ਆ ਯੂਸਫ ਇੱਥੋਂ ਦੂਰ ਕੀਤਾ ਜਾਵੇ। ਹਾਲੇਲੂਇਆ। ਜੇ ਪੌਲਸ ਹੀ ਮਰ ਗਿਆ ਤਾਂ ਕੰਮ ਉਹ ਕੀ ਕਰੂਗਾ? ਮੇਰੇ ਯਹੂਦੀ ਲੋਕ ਕਿਉਂ ਉਹਦੀ ਮਾਰ ਸੁੱਟਣ ਦੇ ਮਗਰ ਪੈ ਰਹੇ ਸੀ? ਰਾਈਟ ਨਾਓ ਕਿਉਂ ਉਹਦੇ ਹੀ? ਵਜ੍ਹਾ ਇਹ ਕਿਉਂਕਿ ਇਹ ਫਰੀਸੀਆਂ ਦਾ ਫਰੀਸੀ ਸੀ, ਇਹ ਉਹਨਾਂ ਚੋਂ ਨਿਕਲਿਆ ਸੀ। ਥੋੜੇ ਟਾਈਮ ਪਹਿਲਾਂ, ਥੋੜੇ ਦਿਨ ਪਹਿਲਾਂ ਤੇ ਮਸੀਹਾਂ ਨੂੰ ਮਾਰਦਾ ਸੀ ਸਾਡੇ ਨਾਲ ਮਿਲ ਕੇ, ਹੁਣ ਇਹ ਉਸੇ ਮਸੀਹ ਦਾ ਪ੍ਰਚਾਰ ਕਰਨ ਲੱਗ ਪਿਆ। ਇਹ ਉਸੇ ਮਸੀਹ ਨੂੰ ਜੀਵਨ ਦੇ ਦਿੱਤਾ ਇਹਨੇ। ਤੁਹਾਨੂੰ ਪਤਾ ਕੋਈ ਬਾਹਰੋਂ ਆ ਕੇ ਕਰ ਜਾਵੇ, ਪਰ ਜਦੋਂ ਹੁਣ ਆਪਣਿਆਂ ਚੋਂ ਨਿਕਲ ਕੇ ਪੌਲਸ ਕਰ ਰਿਹਾ, ਉਹਨਾਂ ਨੂੰ ਖਿੱਚ ਚੜ ਰਹੀ ਆ ਔਰ ਪੂਰਾ ਲੱਕ ਬੰਨ ਲਿਆ, ਨੂੰ ਮਾਰ ਦੇਣਾ ਸੀ। ਹੁਣ ਜਿਹੜੀ ਬਣਦੀ ਗੱਲ ਸੀ, ਪੌਲਸ ਇਹਨਾਂ ਪੜ੍ਹਿਆ ਲਿਖਿਆ ਸੀਗਾ, ਸ਼ਰ੍ਹਾ ਦਾ ਪਤਾ ਸੀ, ਸਾਰੀਆਂ ਕਿਤਾਬਾਂ ਦੀ ਨੌਲੇਜ ਸੀ। ਸਹੀ ਗੱਲ ਤੇ ਇਹ ਬਣਦੀ ਸੀ ਉਹ ਯਹੂਦੀਆਂ 'ਚ ਇਸਤੇਮਾਲ ਕੀਤਾ ਜਾਂਦਾ, ਪਰ ਪਰਮੇਸ਼ਵਰ ਨੂੰ ਪਤਾ ਉਹ ਕੀ ਕਰਦਾ ਤੁਹਾਡੇ ਨਾਲ। ਉਹਨੇ ਗੈਰ ਕੌਮਾਂ 'ਚ ਪੌਲਸ ਨੂੰ ਭੇਜਿਆ। ਔਰ ਪਤਰਸ ਜਿਹੜਾ ਮਸ਼ਵਾਰਾ ਸੀ, ਅਨਪੜ੍ਹ ਸੀਗਾ, ਜਿਹਨੂੰ ਇੰਨੀ ਨੌਲੇਜ ਵੀ ਨਹੀਂ ਸੀ ਸ਼ਰ੍ਹਾ ਦੀ, ਦੂਜੀਆਂ ਚੀਜ਼ਾਂ ਦੀ, ਉਹਨੂੰ ਯਹੂਦੀਆਂ 'ਚ ਇਸਤੇਮਾਲ ਕੀਤਾ। ਹਾਲੇਲੂਇਆ। ਵਜ੍ਹਾ ਕੀ ਆ? ਪਰਮੇਸ਼ਵਰ ਜਾਣਦਾ। ਅੱਜ ਤੁਹਾਨੂੰ ਸ਼ਾਇਦ ਨਹੀਂ ਸਮਝ ਲੱਗ ਰਹੀ, ਤੁਹਾਨੂੰ ਲੱਗ ਰਿਹਾ ਇਹ ਬੈਡ ਵਾ ਜੋ ਮੇਰੇ ਨਾਲ ਹੋ ਰਿਹਾ, ਇਹ ਰੋਂਗ ਆ ਜੋ ਮੇਰੇ ਨਾਲ ਹੋ ਰਿਹਾ, ਇਹ ਇਦਾਂ ਨਹੀਂ ਹੋਣਾ ਚਾਹੀਦਾ ਸੀ, ਇਹ ਤੁਹਾਨੂੰ ਲੱਗ ਰਿਹਾ। ਪਰ ਅਗਰ ਤੁਸੀਂ ਪਰਮੇਸ਼ਵਰ ਨੂੰ ਪੂਰਾ ਜੀਵਨ ਦੇ ਚੁੱਕੇ ਆ ਤੇ ਉਹ ਤੁਹਾਡੇ ਨਾਲ ਜੋ ਕਰ ਰਿਹਾ ਵਾ, ਆਤਮਾ ਦੁਆਰਾ ਨੂੰ ਸਮਝ ਕੇ ਚੱਲਦੇ ਚਲੇ ਜਾਓ। ਹਾਲੇਲੂਇਆ। ਜਿੱਥੇ ਜਾਂਦਾ ਮਾਰ ਸੁੱਟਣ ਦੇ ਮਗਰ ਪੈ ਪੌਲਸ ਨੂੰ, ਔਰ ਪੌਲਸ ਨੂੰ ਕਿੱਥੇ ਗਾਂ ਤੋੜ ਦਿੰਦੇ ਸੀ ਚੇਲੇ। ਔਰ ਪੌਲਸ ਕਿੱਥੇ ਪਹੁੰਚਾਇਆ ਗਿਆ? ਤਰਸੁਸ ਨੂੰ, ਫਿਰ ਗੈਰ ਕੌਮਾਂ ਨੂੰ, ਗ੍ਰੀਸ ਦੇ ਵਿੱਚ, ਕੁਰੰਥੁਸ ਦੇ ਵਿੱਚ, ਰੋਮ 'ਚ ਬੰਦੀ ਬਣਾ ਕੇ ਉੱਥੇ ਵੀ ਪ੍ਰਚਾਰ ਕੀਤਾ। ਹਰ ਜਗ੍ਹਾ ਉਹਨੇ ਪ੍ਰਚਾਰ ਕੀਤਾ, ਪਰ ਪਹਿਲਾਂ ਉਹਨੇ ਸਭ ਤੋਂ ਪਹਿਲਾਂ ਗੈਰ ਕੌਮਾਂ 'ਚ ਪ੍ਰਚਾਰ ਕੀਤਾ। ਕਿਉਂ? ਕਿਉਂਕਿ ਬਾਕੀ ਸਾਰੇ ਪਾਸੇ ਪਹਿਲਾਂ ਉਹਦੇ ਮਾਰ ਸੁੱਟਣ ਦੇ ਮਗਰ ਪਏ ਹੋਏ ਸੀ। ਯੂਸਫ ਦੇਖੋ, ਪਰਮੇਸ਼ਰ ਨੂੰ ਪਤਾ ਸੀਗਾ ਯੂਸਫ ਦੇ ਡ੍ਰੀਮ ਇੱਥੇ ਨਹੀਂ ਪੂਰੇ ਹੋ ਸਕਦੇ, ਕਿਉਂਕਿ ਇੱਥੇ ਤੇ ਡ੍ਰੀਮ ਦੇਖਣ ਵਾਲਾ ਹੀ ਸਿਰਫ ਯਾਕੂਬ ਆ, ਔਰ ਉਹ ਵੀ ਸਮਝ ਨਹੀਂ ਪਾ ਰਿਹਾ ਯੂਸਫ ਨੂੰ। ਬਾਕੀ ਕਿਸੇ ਭਰਾਵਾਂ ਨੂੰ ਡ੍ਰੀਮ ਨਹੀਂ ਆਉਂਦੇ ਪ੍ਰਭੂ ਵੱਲੋਂ, ਕਿੱਦਾਂ ਸਮਝ ਪਾਉਣਗੇ ਆਪਣੇ ਭਰਾ ਨੂੰ? ਤੁਸੀਂ ਕੀ ਚਾਹੁੰਦੇ ਤੁਹਾਡੀ ਸਪਿਰਿਚੁਅਲੀ ਲਾਈਫ 'ਚ? ਉਹਨਾਂ 'ਚ ਸੇਫ ਆ ਜਿਹੜੇ ਸਪਿਰਿਚੁਅਲੀ ਹੈ ਹੀ ਨਹੀਂਗੇ, ਜਿਨ੍ਹਾਂ ਨੇ ਕਦੀ ਪ੍ਰਭੂ ਵੱਲੋਂ ਕੋਈ ਡ੍ਰੀਮ ਲਿਆ ਹੀ ਨਹੀਂ। ਤੁਸੀਂ ਉਹਨਾਂ 'ਚ ਇਕੱਲੇ ਡ੍ਰੀਮ ਲੈ ਕੇ ਸੇਫ ਰਹਿ ਪਾਓਗੇ? ਕੀ ਉਹ ਤੁਹਾਡੇ ਡ੍ਰੀਮ ਨੂੰ ਸਮਝ ਪਾਉਣਗੇ? ਕਦੇ ਨਹੀਂ। ਔਰ ਯੂਸਫ ਕਿੱਥੇ ਗਿਆ? ਇਸਮਾਈਲੀਆਂ ਕੋ ਵੇਚਿਆ ਗਿਆ। ਇਸਮਾਈਲੀ ਕੌਣ? ਡ੍ਰੀਮ ਦੇਖਣ ਵਾਲੇ। ਫਿਰ ਯੂਸਫ ਕਿੱਥੇ ਗਿਆ? ਪੋਟੀਫਰ ਦੇ ਘਰ। ਉੱਥੇ ਕੋਈ ਡ੍ਰੀਮ ਦੇਖਣ ਵਾਲਾ ਨਹੀਂਗਾ। ਔਰ ਹੁਣ ਇਦਾਂ ਤਾਂ ਰਹਿ ਹੀ ਨਹੀਂ ਸਕਦਾ ਯੂਸਫ, ਜਦੋਂ ਉੱਥੇ ਡ੍ਰੀਮ ਦੇਖਣ ਵਾਲਾ ਹੀ ਕੋਈ ਹੈ ਨਹੀਂ। ਯੂਸਫ ਜੇਲ੍ਹ 'ਚ ਚਲਾ ਗਿਆ, ਇਲਜ਼ਾਮ ਲੱਗ ਗਿਆ। ਜੇਲ੍ਹ 'ਚ 2 ਡ੍ਰੀਮ ਦੇਖਣ ਵਾਲੇ ਸੀਗੇ, ਇੱਕ ਦੋਵਾਂ ਦਾ ਭੇਤ ਖੋਲਿਆ, ਇੱਕ ਮਾਰ ਦਿੱਤਾ ਗਿਆ, ਇੱਕ ਉੱਚਾ ਕੀਤਾ ਗਿਆ। ਫਿਰ ਡ੍ਰੀਮ ਦੇਖਣ ਵਾਲਾ ਹੋਰ ਕੋਈ ਨਹੀਂ ਰਹਿ ਗਿਆ ਯੂਸਫ ਤੋਂ ਬਿਨਾਂ। ਫਿਰ ਫਿਰੌਨ ਡ੍ਰੀਮ ਦੇਖਣ ਵਾਲਾ ਸੀਗਾ, ਫਿਰ ਫਿਰੌਨ ਤੋਂ ਯੂਸਫ ਪਹੁੰਚਾਇਆ ਗਿਆ। ਡ੍ਰੀਮ ਦੇਖਣ ਵਾਲਾ ਡ੍ਰੀਮ ਦੇਖਣ ਵਾਲਿਆਂ ਤੋਂ ਹੀ ਪਹੁੰਚਦਾ ਚਲਿਆ ਗਿਆ। ਹਾਲੇਲੂਇਆ। ਜ਼ੋਰਦਾਰ ਤਾੜੀ ਜੀਵਤ ਪਰਮੇਸ਼ਰ ਦੀ ਵਜਾਈ ਹੈ। ਅੱਜ ਤੁਹਾਨੂੰ ਨਹੀਂ ਸਮਝ ਆ ਰਹੀ, ਪਰ ਜੇ ਤੁਸੀਂ ਸਪਿਰਿਚੁਅਲੀ ਆ, ਜੇ ਤੁਸੀਂ ਇੱਕ ਆਤਮਿਕ ਪਰਸਨ ਆ, ਆਤਮਿਕ ਬੰਦੇ ਦੀ ਅਗਵਾਈ 'ਚ ਕਿਸੇ ਦੀ 'ਚ ਅੱਜ ਪੂਰਾ ਨਹੀਂ ਦੇਖ ਪਾ ਰਹੇ, ਪਰ ਜਿਹੜਾ ਤੁਹਾਡਾ ਆਗੂਆ ਅਗਰ ਤੁਹਾਡੇ ਲਈ ਪੂਰਾ ਦੇਖ ਪਾ ਰਿਹਾ ਵਾ, ਉੱਤੇ ਵਿਸ਼ਵਾਸ ਕਰੋ, ਤੁਹਾਨੂੰ ਪਤਾ ਲੱਗੂਗਾ ਖੁਦਾ ਤੁਹਾਡੇ ਨਾਲ ਸਹੀ ਕਰ ਰਿਹਾ, ਅਗਰ ਤੁਸੀਂ ਪਰਮੇਸ਼ਰ ਨੂੰ ਪ੍ਰੇਮ ਕਰਦੇ। ਹੁਣ ਪੌਲਸ ਜਿੱਦਾਂ ਜਿੱਦਾਂ ਆਤਮਾ ਲਜਾਈ ਜਾ ਰਿਹਾ ਸੀ, ਉੱਦਾਂ ਉੱਦਾਂ ਜਾਈ ਜਾ ਰਿਹਾ ਸੀ। ਔਰ ਪੌਲਸ ਨੇ ਗੈਰ ਕੌਮਾਂ 'ਚ ਇੰਨਾ ਕੰਮ ਕੀਤਾ, ਜੇ ਪੌਲਸ ਅੜ ਜਾਂਦਾ ਵੀ ਆਹ ਪ੍ਰਭੂ ਕਿਹੜੀ ਗੱਲ ਹੋਈ, ਮੈਂ ਪ੍ਰਚਾਰ ਯਹੂਦੀਆਂ 'ਚ ਜ਼ਿਆਦਾ ਵਧੀਆ ਕਰ ਸਕਦਾ ਕਿਉਂਕਿ ਮੈਨੂੰ ਜ਼ਿਆਦਾ ਨੌਲੇਜ ਆ। ਪ੍ਰਭੂ ਇਹ ਮੇਰੇ ਮਾਰ ਸੁੱਟਣ ਦੇ ਮਗਰ ਪਿਆ, ਪ੍ਰਭੂ ਜੇ ਤੂੰ ਮੇਰੇ ਨਾਲ ਆ, ਇੱਦਾਂ ਕਾਹਤੋਂ ਹੋ ਰਿਹਾ? ਕਿਉਂ ਮੈਨੂੰ ਹਮੇਸ਼ਾ ਚੇਲੇ ਮੋਰੇ ਭੇਜ ਦਿੰਦੇ ਆ? ਕਿਉਂ ਚੇਲੇ ਹਮੇਸ਼ਾ ਗਾਂਹ ਤੋੜ ਦਿੰਦੇ ਮੈਨੂੰ? ਪੌਲਸ ਅੜ ਜਾਂਦਾ ਜੇ ਤੇ ਕੀ ਉਹ ਯੂਜ਼ ਹੁੰਦਾ?
ਅੱਜ ਤੁਹਾਨੂੰ ਸਮਟਾਈਮ ਨਹੀਂ ਪਤਾ ਲੱਗਦਾ ਲੌਰਡ ਤੁਹਾਡੇ ਨਾਲ ਕੀ ਕਰ ਰਿਹਾ, ਪਰ ਸਮਝੋ ਇਸ ਗੱਲ ਨੂੰ, ਪਰਮੇਸ਼ਵਰ ਤੁਹਾਡੇ ਨਾਲ ਬਿਹਤਰ ਕਰ ਰਿਹਾ ਵਾ, ਤੁਹਾਨੂੰ ਤਿਆਰ ਕਰ ਰਿਹਾ ਵਾ। ਬਸ ਜੇ ਤੁਸੀਂ ਅਲਾਓ ਕਰੋ ਖੁਦਾ ਨੂੰ। ਕਈ ਵਾਰੀ ਤੁਹਾਨੂੰ ਵਧਣ ਤੋਂ ਕੋਈ ਪਰਸਨ ਰੋਕ ਨਹੀਂ ਸਕਦਾ, ਖੁਦ ਤੁਸੀਂ ਆ। ਜਦੋਂ ਤੁਸੀਂ ਕਹਿ ਦਿੰਦੇ ਆ ਨਹੀਂ। ਅੱਛਾ ਦੇਖੋ, ਉਹੀ ਫਿਲਿੱਪੀਆਂ ਖੋਲੀਏ, ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਦਾ। ਫਿਲਿੱਪੀਆਂ 3 ਅਧਿਆਏ ਉਹਦੀ 12 ਆਇਤ ਤੋਂ ਪੜ੍ਹਦੇ ਹਾਂ ਆਪਾਂ। ਇਹ ਨਹੀਂ ਜੋ ਮੈਨੂੰ ਅਜੇ ਲੱਭ ਪਿਆ ਅਥਵਾ ਮੈਂ ਅਜੇ ਸਿੱਧ ਹੋ ਗਿਆ, ਪਰ ਮੈਂ ਪਿੱਛੇ ਲੱਗਿਆ ਜਾਂਦਾ ਹਾਂ ਭਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ ਜਿਹਦੇ ਲਈ ਮਸੀਹ ਯਿਸੂ ਨੇ ਮੈਨੂੰ ਵੀ ਹੱਥ ਪਾਇਆ ਸੀ। ਬੜੇ ਧਿਆਨ ਨਾਲ ਸੁਣਨਾ ਇਸ ਆਇਤਾਂ ਨੂੰ। ਹੇ ਭਰਾਵੋ, ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ, ਪਰ ਇੰਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਅਤੇ ਉਹਨਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਂਹ ਵੱਧ ਕੇ ਨਿਸ਼ਾਨੇ ਵੱਲ ਦੱਬੀ ਜਾਂਦਾ ਹਾਂ ਭਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ਵਰ ਦੀ ਵੱਲੋਂ ਯਿਸੂ ਮਸੀਹ ਵਿੱਚ ਹੈ। ਸੋ ਅਸੀਂ ਜਿੰਨੇ ਸਿਆਣੇ ਹਾਂ ਇਹੋ ਖਿਆਲ ਰੱਖੀਏ, ਔਰ ਜੇ ਕਿਸੇ ਗੱਲ ਵਿੱਚ ਤੁਹਾਨੂੰ ਹੋਰ ਤਰ੍ਹਾਂ ਦਾ ਖਿਆਲ ਹੋਵੇ ਤਾਂ ਪਰਮੇਸ਼ਵਰ ਤੁਹਾਡੇ ਉੱਤੇ ਵੀ ਪ੍ਰਗਟ ਕਰ ਦੇਵੇਗਾ। ਪਰ ਜਿੱਥੋਂ ਤੋੜੀ ਅਸੀਂ ਆਪਣੇ ਹਾਂ ਉਸੇ ਦੇ ਅਨੁਸਾਰ ਚੱਲੀਏ। ਹੇ ਭਰਾਵੋ, ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਹਨਾਂ ਵੱਲ ਧਿਆਨ ਰੱਖੋ ਜੋ ਇਹੋ ਜਿਹੀ ਚਾਲ ਚੱਲਦੇ ਹਨ ਜਿਵੇਂ ਅਸੀਂ ਤੁਹਾਡੇ ਲਈ ਨਮੂਨੇ ਹਾਂ। ਆਮੀਨ, ਹਾਲੇਲੂਇਆ। चौदह आयत ਨੂੰ ਦੁਬਾਰਾ ਤੋਂ ਫਿਰ ਪੜਾਂਗੇ। ਨਿਸ਼ਾਨੇ ਵੱਲ ਦੱਬੀ ਜਾਂਦਾ ਹਾਂ ਭਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ਵਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ। ਮੇਰੇ ਮਗਰ ਕਹੀਏ, ਉੱਪਰਲੇ ਸੱਦੇ ਦਾ ਇਨਾਮ ਲਵਾਂ। ਆਮੀਨ। ਹੁਣ ਅਸੀਂ ਸਾਨੂੰ ਸੱਦਾ ਕਿੱਧਰੋਂ ਮਿਲਿਆ ਵਾ? ਕਿੱਧਰੋਂ ਮਿਲਿਆ? ਜੇ ਸੱਦਾ ਉੱਪਰੋਂ ਮਿਲਿਆ ਵਾ, ਜਾਣਾ ਅਸੀਂ ਉੱਪਰ ਆ, ਤੇ ਕੀ ਅਸੀਂ ਧਰਤੀ ਦੇ ਅਕੋਰਡਿੰਗ ਚੱਲ ਕੇ ਉੱਪਰ ਪਹੁੰਚ ਸਕਾਂਗੇ? ਕਹਿੰਦਾ ਪਰ ਜਿੱਥੋਂ ਤੋੜੀ ਅਸੀਂ ਆਪਣੇ ਹਾਂ ਉਸੇ ਦੇ ਅਨੁਸਾਰ ਚੱਲੀਏ। ਹੁਣ ਮੇਰੀ ਗੱਲ ਨੂੰ ਧਿਆਨ ਨਾਲ ਸੁਣਨਾ। ਇੱਕ ਪ੍ਰਭੂ ਦਾ ਬੰਦਾ ਵਾ, ਉਹ ਸਪਿਰਿਚੁਅਲੀ ਗਰੋ ਕਰ ਰਿਹਾ, ਗਰੋ ਕਰ ਗਿਆ, ਇੱਥੇ ਤੱਕ ਪਹੁੰਚ ਗਿਆ। ਹੁਣ ਇੱਥੇ ਕੋਈ ਬੰਦਾ ਇੱਥੋਂ ਤੱਕ ਪਹੁੰਚਿਆ ਵਾ, ਹੁਣ ਉਹ ਇਹ ਸਮਝ ਨਹੀਂ ਪਾ ਰਿਹਾ ਗੱਲ ਨੂੰ, ਮੈਂ ਪਿੱਛੇ ਨਿਗਾਹ ਮੁੜਨਾ, ਉਹਨੂੰ ਮੋਰੇ ਲੈ ਕੇ ਜਾਣਾ। ਕਹਿੰਦਾ ਜਿੱਥੋਂ ਤੋੜੀ ਆਪਣੇ ਆ ਉਸੇ ਦੇ ਅਨੁਸਾਰ ਚੱਲੀਏ। ਜੇ ਤੁਹਾਡੇ ਵਿੱਚੋਂ ਕਿਸੇ ਨੂੰ ਹੋਰ ਤਰ੍ਹਾਂ ਦਾ ਵੀ ਖਿਆਲ ਆ ਤਾਂ ਪ੍ਰਭੂ ਉੱਤੇ ਵੀ ਜ਼ਾਹਰ ਕਰ ਦਊਗਾ। ਅੱਜ ਅਸੀਂ ਸਮਟਾਈਮ ਕੀ ਕਰਦੇ, ਅਸੀਂ ਜਿੱਥੇ ਗਰੋ ਕਰ ਚੁੱਕੇ ਹਾਂ, ਹੁਣ ਜਿਹੜੇ ਨਹੀਂ ਗਰੋ ਕੀਤੇ ਅਸੀਂ ਉਹਨਾਂ ਵੱਲ ਨੂੰ ਮੁੜ ਰਹੇ ਤਾਂ ਕਿ ਅਸੀਂ ਪਿੱਛੇ ਮੁੜੀਏ, ਫਿਰ ਤਾਂ ਕਿ ਉਹਨਾਂ ਨੂੰ ਗਰੋ ਕਰਵਾਈਏ। ਤੁਹਾਨੂੰ ਉਹਨਾਂ ਨੂੰ ਮੋਰੇ ਲੈ ਕੇ ਆਉਣ ਦੀ ਲੋੜ ਆ, ਨਾ ਕਿ ਆਪ ਪਿੱਛੇ ਜਾਣ ਦੀ ਲੋੜ ਆ। ਹਾਲੇਲੂਇਆ। ਕਹਿੰਦਾ ਜਿੱਥੋਂ ਤੱਕ ਆਪਣੇ ਆ ਉਸੇ ਦੇ ਅਨੁਸਾਰ ਚੱਲੀਏ। ਹਾਲੇਲੂਇਆ। ਅੱਜ ਕ੍ਰਿਸਚਨ ਆਪਣੀ ਸਪਿਰਿਚੁਅਲ ਲਾਈਫ ਦੀ ਵੈਲਿਊ ਨੂੰ ਸਮਝੇ। ਔਰ ਪੌਲਸ ਕੀ ਕਰ ਰਿਹਾ? ਉਹ ਆਤਮਾ ਦੇ ਬਹਾਵ ਨਾਲ ਚੱਲਦਾ ਜਾ ਰਿਹਾ। ਬਾਈਬਲ 'ਚ ਲਿਖਿਆ ਚੇਲੇ ਰੋਜ਼ਿਆਂ ਔਰ ਵਰਤ ਰੱਖ ਰਹੇ ਸੀ, ਦੁਆਵਾਂ 'ਚ ਸੀਗੇ, ਔਰ ਕੀ ਹੋਇਆ? ਪਵਿੱਤਰ ਆਤਮਾ ਨੇ ਕਿਹਾ ਮੇਰੇ ਲਈ ਪੌਲਸ ਤੇ ਬਰਨਬਾਸ ਨੂੰ ਵੱਖਰਾ ਕਰੋ, ਤੇ ਉਹਨਾਂ ਨੇ ਹੱਥ ਰੱਖੇ, ਉਹਨਾਂ ਨੂੰ ਤੋੜ ਦਿੱਤਾ। ਪਵਿੱਤਰ ਆਤਮਾ ਨੇ ਕਿਹਾ, ਔਰ ਗੈਰ ਕੌਮਾਂ ਵੱਲ ਨੂੰ ਚਲੇ ਗਏ। ਅੱਜ ਮੈਂ ਤੁਹਾਡੇ ਤੋਂ ਕੁਐਸਚਨ ਕਰਦਾ, ਕੀ ਅੱਜ ਤੁਹਾਡੀ ਲਾਈਫ 'ਚ ਹੋ ਰਿਹਾ ਜਿਹੜਾ ਤੁਹਾਨੂੰ ਸਹੀ ਨਹੀਂ ਲੱਗ ਰਿਹਾ? ਕੀ ਹੋ ਰਿਹਾ ਵਾ ਜਿਹੜਾ ਤੁਹਾਨੂੰ ਪਸੰਦ ਨਹੀਂ ਆ? ਇਸ ਗੱਲ ਪੂਰੀ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਹਾਂ। ਕਈ ਵਾਰੀ ਕਲਾਮ ਸਾਰਿਆਂ ਦੇ ਲਈ ਇੱਕੋ ਹੀ ਸਿਚੁਏਸ਼ਨ ਦਾ ਨਹੀਂ ਹੁੰਦਾ। ਯਿਸੂ ਮਸੀਹ ਤੋਂ ਸ਼ੈਤਾਨ ਆਇਆ, ਕਹਿੰਦਾ ਆਪਣੇ ਆਪ ਨੂੰ ਕਿੰਗਰੇ ਦੇ ਉੱਤੋਂ, ਹੈਕਲ ਦੇ ਕਿੰਗਰੇ ਤੋਂ ਸਿੱਟ ਦੇ, ਕਿਉਂਕਿ ਬਾਈਬਲ 'ਚ ਲਿਖਿਆ ਵਾ ਕਿ ਉਹ ਆਪਣੇ ਸਵਰਗੀ ਦੂਤਾਂ ਨੂੰ ਹੁਕਮ ਦਊਗਾ। ਕੀ ਬਾਈਬਲ 'ਚ ਨਹੀਂ ਲਿਖਿਆ ਸੀ? ਲਿਖਿਆ ਸੀ ਨਾ। ਫਿਰ ਯਿਸੂ ਮਸੀਹ ਨੂੰ ਪਤਾ ਸੀ ਹਰ ਕਲਾਮ ਹਰ ਸਮੇਂ ਦੇ ਲਈ ਨਹੀਂ ਹੈ, ਹਰ ਸਿਚੁਏਸ਼ਨ ਲਈ ਨਹੀਂ ਹੈ। ਇਹ ਆਤਮਾ ਵਾ ਜਿਹੜਾ ਸਾਨੂੰ ਦੱਸਦਾ ਕਿਹੜਾ ਕਲਾਮ ਕਿਹੜੀ ਸਿਚੁਏਸ਼ਨ 'ਚ। ਹੁਣ ਇੱਥੋਂ ਤੁਸੀਂ ਕਲਾਮ ਸੁਣਦੇ ਆ, ਔਰ ਤੁਸੀਂ ਇਹ ਸੁਣ ਕੇ ਜਾਣਦੇ ਆ ਕਿ ਅਸੀਂ ਇਸ ਤਰੀਕੇ ਨਾਲ ਆਤਮਾ ਵਿੱਚ ਚੱਲਣਾ, ਇਸ ਤਰੀਕੇ ਨਾਲ ਅਸੀਂ ਪਵਿੱਤਰ ਆਤਮਾ ਦੇ ਬਹਾਓ ਚੱਲਣਾ। ਅਗਰ ਕੁਝ ਨਹੀਂ ਵੀ ਸਹੀ ਹੋ ਰਿਹਾ ਤਾਂ ਵੀ ਅਸੀਂ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨਾ ਵਾ, ਅਸੀਂ ਚੱਲਦੇ ਜਾਣਾ। ਇਹ ਕਿਹਨਾਂ ਲਈ ਆ? ਜਿਹੜੇ ਪੂਰਾ ਜੀਵਨ ਪ੍ਰਭੂ ਨੂੰ ਦੇ ਚੁੱਕੇ ਆ। ਜਿਹੜੇ ਹਾਲੇ ਵੀ ਆਪਣੀ ਮਰਜ਼ੀ ਕਰ ਰਹੇ ਆ, ਉਹਨਾਂ ਨੂੰ ਪਹਿਲਾਂ ਆਪਣੇ ਆਪ ਨੂੰ ਜਾਂਚਣ ਦੀ ਲੋੜ ਆ ਕਿ ਅਸੀਂ ਪ੍ਰਭੂ 'ਚ ਪਹਿਲਾਂ ਪੂਰੇ ਹੋਈਏ। ਕਈ ਵਾਰੀ ਤੁਸੀਂ ਪ੍ਰਭੂ ਪਾਪ 'ਚ ਜੀ ਰਹੇ ਆ, ਤੁਸੀਂ ਪਾਪ 'ਚ ਚੱਲ ਰਹੇ ਆ, ਔਰ ਤੁਸੀਂ ਕਹੋ ਆ ਜਿਹੜੀ ਚੀਜ਼ ਨਹੀਂ ਸਹੀ ਹੋ ਰਹੀ ਆ, ਇਹ ਸ਼ਾਇਦ ਪ੍ਰਭੂ ਦੀ ਕੋਈ ਮਰਜ਼ੀ ਆ। ਇਦਾਂ ਨਹੀਂ ਆ।
ਤੁਸੀਂ ਆਪ ਅਨਫੋਰਗਿਵਨੈਸ 'ਚ, ਆਪ ਤੁਸੀਂ ਮਾਫ ਨਹੀਂ ਕਰ ਰਿਹਾ ਕਿਸੇ ਨੂੰ, ਆਪ ਤੁਸੀਂ ਪਾਪ 'ਚ, ਆਪ ਤੁਸੀਂ ਗੁੱਸੇ 'ਚ, ਆਪ ਤੁਸੀਂ ਪਰਮੇਸ਼ਰ ਦੇ ਵਚਨ ਤੋਂ ਬਾਹਰ ਆ। ਔਰ ਤੁਸੀਂ ਕੀ ਕਹਿ ਰਹੇ ਆ? ਪਾਸਟਰ ਜੀ ਨੇ ਕਿਹਾ ਸੀ ਜੇ ਕੁਝ ਨਹੀਂ ਸਹੀ ਹੋ ਰਿਹਾ ਪ੍ਰਭੂ ਦੀ ਮਰਜ਼ੀ ਆ। ਇਦਾਂ ਬਿਲਕੁਲ ਨਹੀਂ ਆ, ਇਹ ਤੁਹਾਡੇ ਲਈ ਨਹੀਂ ਆ। ਸਮਝ ਪਾ ਰਹੇ ਨਾ? ਤੁਹਾਡੇ ਲਈ ਕਿਹੜਾ ਵਚਨ? ਤੁਹਾਨੂੰ ਆਪਣੇ ਆਪ ਨੂੰ ਪਿਓਰ ਕਰਨ ਦੀ ਲੋੜ ਆ ਕਿ ਪ੍ਰਭੂ ਹੱਲੇ ਵੀ ਕੋਈ ਹਿੱਸਾ ਹੈਗਾ ਜਿਹੜਾ ਮੈਂ ਤੁਹਾਨੂੰ ਨਹੀਂ ਦਿੱਤਾ, ਜਿਹੜਾ ਸਮਰਪਣ ਨਹੀਂ ਕੀਤਾ। ਕਿ ਮੈਨੂੰ ਵੀ ਪੌਲਸ ਦੀ ਤਰ੍ਹਾਂ ਨਹੀਂ ਕਰਨ ਦੀ ਲੋੜ ਕਿ ਮੈਂ ਸਾਰਾ ਕੁਝ ਹਾਨੀ ਦਾ ਸਮਝਾਂ ਤਾਂ ਕਿ ਮੈਂ ਮਸੀਹ ਨੂੰ ਖੱਟ ਲਵਾਂ। ਹਾਲੇਲੂਇਆ। ਪੈਸੇ ਦਾ ਤਾਂ ਮਸਲਾ ਹੀ ਕੋਈ ਹੈ ਨਹੀਂਗਾ। ਜਦੋਂ ਮਸੀਹ ਲਾਈਫ 'ਚ ਹੁੰਦਾ, ਡਿਵਾਈਨ ਹੈਲਪਰ ਖੁਦਾ ਅਪਾਇੰਟ ਕਰਦਾ ਵਾ। ਤੁਹਾਡੀਆਂ ਲੋੜਾਂ ਦਾ ਤਾਂ ਮਸਲਾ ਹੀ ਕੋਈ ਹੈ ਨਹੀਂ ਕਿ ਜਦੋਂ ਪਰਮੇਸ਼ਵਰ ਤੁਹਾਡੇ ਨਾਲ ਆ, ਦੂਤ ਤੁਹਾਡੇ ਨਾਲ ਰਹਿੰਦੇ ਆ, ਗ੍ਰੇਸ ਤੁਹਾਡੇ ਉੱਤੇ ਰਹਿੰਦਾ ਵਾ। ਕਦੀ ਭੁੱਖੇ ਸੌਣ ਦਿੱਤਾ ਉਹਨੇ? ਫਿਰ ਕਿਉਂ ਅਸੀਂ ਪੈਸੇ ਦਾ ਕਰਕੇ ਸਮਟਾਈਮ ਕੁਝ ਚੀਜ਼ਾਂ ਰੋਂਗ ਕਰ ਜਾਂਦੇ, ਜਾਂ ਕੁਝ ਚੀਜ਼ਾਂ ਦਾ ਕਰਕੇ ਕੁਝ ਚੀਜ਼ਾਂ ਰੋਂਗ ਬੋਲ ਜਾਂਦੇ? ਕਿ ਪਰਮੇਸ਼ਵਰ ਤੇ ਸਾਨੂੰ ਭਰੋਸਾ ਨਹੀਂ ਕਿ ਉਹ ਸਭ ਕੁਝ ਕਰਨ ਦੀ ਤਾਕਤ। ਪੌਲਸ ਨੂੰ ਪਤਾ ਸੀਗਾ ਕਿ ਜੇ ਮਸੀਹ ਨਾਲ ਵਾ, ਕਹਿੰਦਾ ਮੈਂ ਮਸੀਹ ਨੂੰ ਖੱਟ ਲਵਾਂ, ਸਾਰਾ ਕੁਝ ਗਵਾਉਣ ਲਈ ਤਿਆਰ ਆ। ਪੌਲਸ ਇੱਕ ਹਾਈ ਫਾਈ ਬੰਦਾ ਸੀ, ਉਹ ਸਾਰਾ ਕੁਝ ਗਵਾਉਣ ਨੂੰ ਤਿਆਰ ਆ। ਤੇ ਅਸੀਂ ਕਈ ਵਾਰੀ ਇੱਕੋ ਹੀ ਮੈਲ ਲੈ ਕੇ ਬੈਠੇ ਹੁੰਨੇ ਆ, ਇੱਕੋ ਹੀ ਚੀਜ਼ ਨਹੀਂ ਛੱਡ ਰਹੇ ਹੁੰਨੇ ਅਸੀਂ। ਹਾਲੇਲੂਇਆ। ਕਿ ਇਹਨਾਂ ਨੂੰ ਸਮਝ ਆ ਰਹੀ ਜਿਵੇਂ ਵਚਨ ਵੰਡ ਰਿਹਾ? ਹਾਲੇਲੂਇਆ। ਦੋ ਤਰ੍ਹਾਂ ਦੇ ਲੋਕ ਹੋ ਸਕਦੇ ਅਗਰ ਤੁਸੀਂ ਪਰਮੇਸ਼ਰ ਦੇ ਵਚਨ ਚੋਂ ਹੀ ਬਾਹਰ ਆ। ਸਟਿਲ ਪਰਮੇਸ਼ਰ ਦਾ ਆਤਮਾ ਤੁਹਾਡੀ ਲਾਈਫ 'ਚ ਹੋ ਸਕਦਾ, ਪਰ ਮੇਬੀ ਉਹ ਪੂਰਾ ਖੁਸ਼ ਨਾ ਹੋਵੇ ਤੁਹਾਡੇ ਤੋਂ। ਜਦੋਂ ਪੂਰਾ ਖੁਸ਼ ਨਹੀਂ ਆ, ਪੂਰਾ ਆਨੰਦ ਵੀ ਤੁਹਾਡੀ ਲਾਈਫ 'ਚ, ਪੂਰੀ ਅਗਵਾਈ ਵੀ ਤੁਹਾਡੀ ਲਾਈਫ 'ਚ ਨਹੀਂ ਹੋਵੇਗੀ। ਤੁਹਾਨੂੰ ਪਤਾ ਕਿਸੇ ਦੇ ਘਰ ਮੈਂ ਗਿਆ ਦਿਨਾਂ 'ਚ, ਉਹ ਹਸਬੈਂਡ ਵਾਈਫ, ਉਹਨਾਂ ਦੇ ਘਰ ਬੇਬੀ ਪੈਦਾ ਹੋਣ ਵਾਲਾ, ਭੈਣ ਪ੍ਰੈਗਨੈਂਟ ਆ। ਤੇ ਮੈਂ ਜਦੋਂ ਵਚਨ ਸੁਣਾਇਆ ਉਹਨਾਂ ਦੇ ਘਰ, ਤੇ ਮੈਂ ਭੈਣ ਦਾ ਹੱਥ ਫੜ ਕੇ ਉਹਨਾਂ ਦੇ ਪੇਟ ਤੇ ਰੱਖਿਆ ਤੇ ਉੱਤੇ ਆਪਣਾ ਹੱਥ ਰੱਖਿਆ। ਜਦੋਂ ਮੈਂ ਹੱਥ ਰੱਖਿਆ ਤਾਂ ਲਾਰਡ ਅੱਗੇ ਮੈਂ ਪ੍ਰੇ ਕਰਿਆ, ਲਾਰਡ ਬਲੈਸ ਕਰਨਾ ਕੁੱਖ ਦੇ ਫਲ ਨੂੰ। ਔਰ ਲਾਰਡ ਨੇ ਮੈਨੂੰ ਕਿਹਾ ਕਿ ਬੇਟਾ ਵਾ। ਮੈਂ ਦੋਨੋਂ ਹਸਬੈਂਡ ਵਾਈਫ ਨੂੰ ਅੰਦਰ ਲੈ ਕੇ ਗਿਆ। ਮੈਂ ਕਿਹਾ ਲਾਰਡ ਨੇ ਮੈਨੂੰ ਦੱਸਿਆ ਕਿ ਬੇਟਾ ਵਾ, ਉਹ ਬੇਟਾ ਹਲੇ ਪੈਦਾ ਹੋਣਾ ਵਾ। ਉਹ ਇਕੋਗ੍ਰਾਫੀ ਆ ਉਦੋਂ ਬਾਅਦ 'ਚ ਹੋਈ। ਉਹਨਾਂ ਦਾ ਮੈਨੂੰ ਕਾਲ ਆਈ, ਕਹਿੰਦੇ ਸੱਚਮੁੱਚ ਤੁਸੀਂ ਕਿਹਾ ਬੇਟਾ, ਉਹ ਬੇਟਾ ਹੀ ਆ। ਹਾਲੇਲੂਇਆ, ਹਾਲੇਲੂਇਆ। ਇੱਕ ਹੋਰ ਇਹਨਾਂ ਦਿਨਾਂ ਦੀ ਗੱਲ ਹੈ, ਇੱਕ ਹੋਰ ਫੈਮਿਲੀ, ਉਹ ਵਿਰੋਨਾ ਵਾਲੀ ਸਾਈਡ ਦੀ ਆ। ਉਹ ਕਹਿੰਦੇ ਸੀ ਸਾਡੇ ਬੇਬੀ ਦੀ ਗਰੋਥ ਲਈ ਪ੍ਰੇ ਕਰਨਾ। ਔਰ ਮੈਂ ਪ੍ਰੇ ਕਰ ਰਿਹਾ, ਮੈਂ ਕਿਹਾ ਲਾਰਡ ਖੁਦਾਵੰਦ ਉਸ ਬੇਟੇ ਨੂੰ ਗਰੋ ਕਰਨਾ ਔਰ ਬਲੈਸ ਕਰਨਾ। ਮੈਂ ਕਿਹਾ ਇਹ ਮੈਂ ਕੀ ਪ੍ਰੇ ਕਰ ਰਿਹਾ? ਪਰ ਪਵਿੱਤਰ ਆਤਮਾ ਮੇਰੇ ਉੱਪਰ ਸੀ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਮੈਨੂੰ ਲਾਰਡ ਜਦੋਂ ਵੀ ਪ੍ਰੇ ਕਰਵਾ ਰਿਹਾ, ਬੇਟੇ ਦਾ ਕਹਿ ਕਰਵਾ ਰਿਹਾ, ਉਹ ਇਕੋਗ੍ਰਾਫੀ ਆਈ, ਉਹ ਬੇਟਾ ਹੀ ਉਹਨਾਂ ਦੇ ਵੀ। ਹਾਲੇਲੂਇਆ। ਮੈਂ ਬੇਟਾ ਜਾਂ ਬੇਟੀ ਦੀ ਨਹੀਂ ਗੱਲ ਕਰ ਰਿਹਾ, ਮੇਰੀ ਗੱਲ ਨੂੰ ਧਿਆਨ ਨਾਲ ਸੁਣਨਾ। ਮੈਂ ਇੱਕੋ ਗੱਲ ਕਹਿ ਰਿਹਾ ਤੁਹਾਨੂੰ ਕਿ ਜਦੋਂ ਤੁਸੀਂ ਆਪਣਾ ਪੂਰਾ ਜੀਵਨ ਉਹਨੂੰ ਦਿਓਗੇ, ਤੇ ਇਸ ਮਿਨਿਸਟਰੀ 'ਚ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਹਰ ਉਹ ਭੈਣ ਜਿਹਨੇ ਅੱਜ ਤੱਕ ਕੁੱਖ ਦੇ ਫਲ ਨੂੰ ਨਹੀਂ ਪਾਇਆ, ਜਦੋਂ ਮੈਂ ਵੀ ਵਧਾਂਗਾ ਹੋਰ ਵਫਾਦਾਰੀ 'ਚ, ਅਸੀਂ ਸਾਰੇ ਵੱਧਦੇ ਜਾਵਾਂਗੇ। ਅਸੀਂ ਉਹ ਭੈਣਾਂ ਨੂੰ ਇਸ ਪੁਲਪਟ ਤੇ ਟੈਸਟਮਨੀਆਂ ਦਿੰਦੇ ਦੇਖਾਂਗੇ। ਦੱਸੋ ਪਰਮੇਸ਼ਰ ਲਈ ਕੁਝ ਹੋਣਾ ਹੈਗਾ? ਕੀ ਪਰਮੇਸ਼ਰ ਲਈ ਕੁਝ ਇੰਪੋਸੀਬਲ ਹੈਗਾ? ਦੱਸੋ ਹੈਗਾ? ਮੇਰੇ ਮਗਰ ਬੋਲੀਏ, ਕਹੀਏ ਵਿਦ ਮਾਈ ਗॉड ਆਲ ਥਿੰਗ ਆਰ ਪੋਸੀਬਲ। ਹਾਲੇਲੂਇਆ। ਹੁਣ ਮੈਂ ਇੱਥੇ ਪ੍ਰੀਚ ਕਰ ਰਿਹਾ, ਵਚਨ ਤੇ ਚਲੋ, ਵਚਨ ਤੇ ਚਲੋ, ਵਚਨ ਤੇ ਚਲੋ। ਔਰ ਲਾਸਟ ਤੇ ਜਦੋਂ ਪ੍ਰੇ ਕਰ ਰਿਹਾ ਬੁੱਧਵਾਰ, ਮੈਂ ਤਾਂ ਮੈਂ ਸੈਂਸ ਕਰ ਰਿਹਾ ਲਾਰਡ ਗੱਡੀਆਂ ਨਾਲ ਵੱਡੀਆਂ ਨਾਲ ਬਲੈਸ ਕਰ ਰਿਹਾ। ਮੈਂ ਕਿਉਂ ਨਾ ਬੋਲਾਂ ਹੁਣ, ਕਿਉਂਕਿ ਆਤਮਾ ਦੇ ਰਿਹਾ ਮੈਨੂੰ। ਹਾਲੇਲੂਇਆ। ਜਦੋਂ ਇਹ ਵਚਨ ਤੇ ਚੱਲੋਗੇ ਉਹ ਗੱਡੀਆਂ ਨਾਲ ਵੀ ਬਲੈਸ ਕਰੂਗਾ, ਹਰ ਚੀਜ਼ ਨਾਲ ਬਲੈਸ ਕਰੇਗਾ। ਹਾਲੇਲੂਇਆ। ਪਰ ਪੌਲਸ ਦੀ ਤਰ੍ਹਾਂ ਮਸੀਹ ਨੂੰ ਖੱਟਣ ਲਈ, ਮਸੀਹ ਨੂੰ ਖੁਸ਼ ਕਰਨ ਲਈ ਅਸੀਂ ਤਿਆਰ ਹਾਂ। ਪੌਲਸ ਕਹਿੰਦਾ ਪਰੇ ਜਾਣੋ ਡਿਗਰੀਆਂ, ਪਰੇ ਜਾਣੋ ਜਿਹੜਾ ਮੈਨੂੰ ਘਮੰਡ ਲੈ ਕੇ ਆਉਂਦੀਆਂ ਚੀਜ਼ਾਂ, ਪਰੇ ਹੋਣ ਉਹ ਸਾਰੀਆਂ ਚੀਜ਼ਾਂ। ਹਾਲੇਲੂਇਆ। ਅੱਜ ਕਈ ਵਾਰੀ ਕੁਝ ਭੈਣਾਂ ਵਾ, ਕਿਉਂਕਿ ਭੈਣਾਂ ਅਕਸਰ ਇਹ ਚੀਜ਼ ਫਸ ਜਾਂਦੀਆਂ, ਮੇਬੀ ਭਾਈ ਵੀ ਹੋਣ, ਜਿੱਦਾਂ ਹੀ ਪ੍ਰੇਅਰ ਲਾਈਫ ਥੋੜੀ ਜਿਹੀ ਵਧੀ ਆ, ਉਹ ਕਹਿੰਦੀਆਂ ਪਤੀ ਸਾਹਿਬ ਤੁਸੀਂ ਹੈ ਹੀ ਕੁਛ ਨਹੀਂ, ਤੁਸੀਂ ਸਪਿਰਿਚੁਅਲੀ ਨਹੀਂ ਗਏ। ਸਮਝੇ ਮੇਰੀ ਗੱਲ ਨੂੰ? ਹਲੇ ਤੁਸੀਂ ਪ੍ਰੇਅਰ 'ਚ ਹੀ ਵਧੇ ਆ, ਹਲੇ ਤਾਂ ਸੁਭਾਅ ਆਉਣਾ ਵਾ, ਹਲੇ ਤਾਂ ਮਸੀਹ ਦਾ ਸੁਭਾਅ ਆਉਣਾ ਵਾ, ਹਲੇ ਤਾਂ ਪ੍ਰੇਅਰ ਹੀ ਵਧੀ ਆ। ਤੁਹਾਨੂੰ ਕਿਹਨੇ ਕਹਿਤਾ ਪ੍ਰੇਅਰ 'ਚ ਵਧਣ ਵਾਲਾ ਬੰਦਾ ਸਪਿਰਿਚੁਅਲੀ ਹੁੰਦਾ? ਪ੍ਰੇਅਰ ਤੁਹਾਡੇ ਲਈ ਆ, ਪ੍ਰਭੂ ਲਈ ਨਹੀਂ ਗੀ। ਜੋ ਤੁਸੀਂ ਪ੍ਰੇਅਰ 'ਚ ਵਧੋਗੇ ਤੁਸੀਂ ਕਲਾਮ ਤੇ ਚੱਲ ਸਕੋਗੇ, ਤੁਸੀਂ ਰੋਜ਼ਾ ਰੱਖੋਗੇ, ਤੁਸੀਂ ਸਰੀਰ ਤੇ ਫਤਹ ਪਾਓਗੇ। ਇਹ ਪ੍ਰਭੂ ਨੂੰ ਤਾਂ ਨਹੀਂ ਕੋਈ ਫਾਇਦਾ ਇਹ 'ਚ ਕਿ ਮੈਂ ਬਾਈਬਲ ਤੋਂ ਬਾਹਰ ਗੱਲ ਕਰ ਰਿਹਾ।
ਹੁਣ ਵਾਈਫ ਕੀ ਕਰ ਰਹੀ, ਉਹਨੇ ਹਾਲੇ ਪ੍ਰੇਅਰ 'ਚ ਹੀ ਵਧੀ ਆ, ਉਹਨੂੰ ਲੱਗ ਰਿਹਾ ਹਸਬੈਂਡ ਤੇਰੇ ਨਾਲ ਤਾਂ ਰਿਸ਼ਤਾ ਹੀ ਹੈ ਨਹੀਂ ਪ੍ਰਭੂ ਦਾ ਕੋਈ, ਸਭ ਕੁਝ ਮੇਰੇ ਨਾਲ ਹੀ ਆ। ਨੋ 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 ਨੋ, ਜੇ ਤੁਸੀਂ ਪ੍ਰੇਅਰਫੁਲ ਆ, ਤੁਸੀਂ ਸਪਿਰਿਚੁਅਲ ਹੀ ਆ। ਹਸਬੈਂਡ ਦੀ ਇੱਜ਼ਤ ਕਰੋ, ਮੈਂ ਤੁਹਾਨੂੰ ਕਹੂੰਗਾ ਤੁਸੀਂ ਸਪਿਰਿਚੁਅਲ ਆ। ਹਾਲੇਲੂਇਆ। ਹੁਣ ਬੰਦੇ ਤਾੜੀ ਮਾਰਦੇ ਨੇ ਜ਼ੋਰ ਨਾਲ, ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਜ਼ਰੂਰੀ ਆ ਕਲਾਮ ਸੁਣਾ ਕੇ ਮੈਂ ਤੁਹਾਨੂੰ ਕੱਲਾ ਸਤੰਕੋ ਨਹੀਂ ਕਰਨਾ, ਜ਼ਰੂਰੀ ਆ ਕਿ ਤੁਹਾਡੇ ਚਿਹਰੇ ਸਮਾਈਲ ਕਰਨ। ਹਾਲੇਲੂਇਆ। ਔਰ ਹਸਬੈਂਡ ਕਨਫਿਊਜ਼ਨ 'ਚ ਪਿਆ ਹੋਇਆ ਵੀ ਯਾਰ ਇੰਨੀ ਲੰਮੀ ਪ੍ਰੇਅਰ ਹੋ ਰਹੀ ਆ, ਇੰਨਾ ਸਾਰਾ ਕੁਝ ਹੋ ਰਿਹਾ, ਇਹ ਗੁੱਸਾ ਪੀਕ ਤੇ ਹਲੇ ਵੀ। ਹਸਬੈਂਡ ਕਨਫਿਊਜ਼ ਆ ਕਿ ਪ੍ਰਭੂ ਗਲਤ ਆ। ਮੈਂ ਅੱਜ ਪੁਲਪਟ ਤੋਂ ਤੁਹਾਨੂੰ ਕਹਿਣਾ ਪ੍ਰਭੂ ਗਲਤ ਨਹੀਂ ਆ। ਜਿਹੜੀ ਪ੍ਰੇਅਰ ਉਹ ਪ੍ਰਭੂ ਲਈ ਨਹੀਂ ਆ, ਰੋਜ਼ੇ ਪ੍ਰਭੂ ਲਈ ਨਹੀਂ ਆ, ਇਹ ਸਾਡੇ ਲਈ ਆ। ਜਦੋਂ ਇਹ ਪ੍ਰੇਅਰ 'ਚ ਵੱਧ ਰਹੇ ਤੁਹਾਡਾ ਸੁਭਾਅ ਹੀ ਨਹੀਂ ਚੇਂਜ ਹੋ ਰਿਹਾ। ਤੁਸੀਂ ਰੋਜ਼ੇ 'ਚ ਗਏ ਆ, ਤੁਹਾਨੂੰ ਲੱਗਦਾ ਰੋਜ਼ਾ ਕੀ ਆ? ਰੋਜ਼ਾ ਸਿਰਫ ਇਹੀ ਆ 5 ਵਜੇ ਤੱਕ ਕੁਝ ਨਹੀਂ ਖਾਣਾ, ਇਹਨੂੰ ਰੋਜ਼ਾ ਕਹਿੰਦੇ ਆ। ਇਹਨੂੰ ਰੋਜ਼ਾ ਨਹੀਂ ਕਹਿੰਦੇ। 5 ਵਜੇ ਤੱਕ ਨਹੀਂ ਖਾਣਾ ਦਾ ਮਤਲਬ ਇਹ ਤੁਸੀਂ ਸਰੀਰ ਨੂੰ ਕਹਿੰਦੇ ਆ ਵੀ ਜਿਹੜਾ ਤੂੰ ਮੈਨੂੰ ਪਤੀ ਮੇਰੇ ਨਾਲ ਪਿਆਰ ਨਹੀਂ ਨਾ ਕਰਨ ਦਿੰਦਾ, ਜਿਹੜਾ ਤੂੰ ਮੈਨੂੰ ਕਲਾਮ ਤੇ ਨਹੀਂ ਚੱਲਣ ਦਿੰਦਾ, ਸਰੀਰ ਮੈਂ ਤੈਨੂੰ ਅੰਡਰ ਕਰਦੀ, ਆਪਣੇ ਅੰਡਰ ਕਰਦਾ ਆਪਣੇ। ਇਹ ਆ ਰੋਜ਼ਾ। ਹਾਲੇਲੂਇਆ। ਔਰ ਇਹ ਸੇਮ ਭਾਈਆਂ ਲਈ ਵੀ ਆ, ਭੈਣਾਂ ਲਈ ਨਹੀਂ ਆ, ਕੱਲਿਆਂ ਲਈ। ਵਚਨ ਤੇ। ਹਾਲੇਲੂਇਆ ਹਾਲੇਲੂਇਆ। ਪ੍ਰਭੂ ਰੋਂਗ ਕਦੇ ਨਹੀਂ ਹੋ ਸਕਦੇ। ਇਟਾਲੀਅਨ ਮੈਂ ਕਮੂਨੇ 'ਚ ਗਿਆ, ਮੈਨੂੰ ਲੋਕ ਉਹ ਜਾਣਦੇ ਆ, ਉਹ ਜਿਹੜੇ ਜੌਬ ਕਰਦੇ ਅੰਦਰ। ਕਿਆਰਾ ਨਾਮ ਦੀ ਲੇਡੀਜ਼ ਆ, ਉਹਦੇ ਜ਼ੀਓ ਦੀ ਡੈਥ ਹੋ ਗਈ। ਮੈਨੂੰ ਕਹਿੰਦੀ ਤੂੰ ਤਾਂ ਪਸਤੋਰੇ ਆ, ਪਰਮੇਸ਼ਰ ਨੂੰ ਪੁੱਛ, ਪਰਮੇਸ਼ਰ ਥੱਲੇ ਕਿਸੇ ਨੂੰ ਬੰਦੇ ਨੂੰ ਮਾਰਨ ਲੱਗੇ ਦੇਖਦਾ ਨਹੀਂ। ਕਿ ਉਹਦਾ ਇੱਕ ਬੱਚਾ ਦਿਜ਼ਾਬੀਲੇ ਸੀਗਾ, ਉਹ ਮੇਰਾ ਜ਼ੀਓ ਮਰ ਗਿਆ 60 ਸਾਲ ਦੀ ਏਜ 'ਚ। ਮੈਂ ਉਹਨੂੰ ਇੱਕੋ ਗੱਲ ਕਹੀ, ਮੈਂ ਕਿਆਰਾ ਪਰਮੇਸ਼ਰ ਕਦੇ ਗਲਤ ਨਹੀਂ ਹੋ ਸਕਦਾ, ਉਹ ਕਦੇ ਰੋਂਗ ਨਹੀਂ ਹੋ ਸਕਦਾ। ਮੇਰੇ ਮਗਰ ਬੋਲੀਏ ਕਹੀਏ ਪਰਮੇਸ਼ਵਰ ਕਦੇ ਰੋਂਗ नहीं हो सकता। फिर तो उच्ची वान के परमेश्वर कदे गलत नहीं हो सकता। He is always right. Hallelujah. मैं दसिया मैं वचन वंडना शुरू किया। मैं कहा इसे करके जरूरी है, जो मैं तुहाडे नाल वचन वंडदा तुसीं साइड ते हस रहीआं होंदियां। मैं कहा इसे करके जरूरी आ, तुहानूं काम ते आउण दा पता किन्ने वजे काम ते आउणा, तुहानूं ये पता रात नूं थक गए विन्नो पीनी आ, सवेरे उतर भी जाती, वो सारा कुछ सही हो जाता है ना। फिर तुसी वही चीज़ां करदे, पर तुहानूं ये नहीं पता कि परमेश्वर के कदमां 'च जाना, बीबियां नूं पढ़ना, परमेश्वर नूं समा देना। इसे करके परमेश्वर दसदा वा कि देखो पता भी नहीं लगन दिता बंदा चक्या गया। तुहानूं किन्ना भैमान होना चाहिए कि तुहाडी लाइफ का आखिरी दिन तुहानूं पता नहीं किहड़ा होऊगा। तो जे तुसी अज ही झुक जाओ, चलो उहदे नाल। सारिआं नूं जन्म डेट याद आ सारिआं नूं, पर किसे नूं नहीं पता आखिरी दिन फ्लाइट किदन होनी आ। हालेलुया। जोरदार ताड़ी बजाइए। हालेलुया। सब नूं पता वा, पासपोर्ट ते भी लिखिया होया, घरां च बर्थडे मना हो रहा, सारा कुछ, ये मेरी बर्थ डेट आ, सारा कुछ। पर सैम ब्रदर फ्लाइट किदन होनी है किसी नूं नहीं पता। हालेलुया। तो जो अचानक इहदा चक लैंदा ते सानूं की समझना चाहिए? भै नाल भर जाइए, लॉर्ड दे नाल नम्र हो जाइए। हालेलुया। और पौलुस दी तरह सोच के माड़ा जा फिर तो देखो, एक बंदा इन्ना प्रभु नाल चल चुकिया। पौलुस आखिरी लाइफ दे पड़ाव च कह रहा, ताकि मैं मसीह दे दुखां दा सांझी हो जावां, मसीह नूं जान लवां, मैं सारा कुछ कूड़ा करकट समझदा। सोच के देखो एक इहो जी आत्मिक भुख वा, चलदा होया इन्ना चल चुकिया, खुदा ना इन्ना काम कर चुकिया। ये फिलिपियां लास्ट ऑफ द मूवमेंट च लिखिया उन्हें। सोच के देखो किन्ना सानू, मैं तो जो तुम प्रभु नाल चलदी है ना, चलते जाने। और जिस वे ना इस चर्च सिखाया जाता, मेन करैक्टर बारे, मेन वचन बारे सिखाया जाता, जो तुम चलते जाने, अपन कमियां दूर करते जाने, पता की हुंदा? एक हैरान कर देने वाली चीज़ तुहाडे नाल हुंदी है, तुसीं खुद वंडोगे एक दूजे नाल। एक डिवाइन आत्मिक भुख तुहाडे अंदरों पैदा हुंदी, डिवाइन। तुसीं सुत्ते भी प्रेयर च, उठे भी प्रेयर च। एक डिवाइन जिहड़ी तुहाडे जोर नाल नहीं गी, उहदे वल्लों भुख दित्ती गई है, एक आत्मिक तुहानूं। हुण कोई घंटे सोच के प्रेयर नहीं हो रही, क्योंकि तुसीं रहिंदे ही प्रेयर च। पता कातों? उहदे वल्लों एक डिवाइन भुख दित्ती गई है। जिन्हां ने एक्सपीरियंस किया वो दस सकते, जो लॉर्ड वल्लों आत्मिक भुख मिलती है ना, तुहानूं पता लगदा कि सचमुच डिवाइन आ। पौलुस नाल ये चीज़ हो चुकी सी। पौलुस इस लैवल ते पहुंच गया सी, ये उहदा जोर नहीं सी,
ਕਿਉਂਕਿ ਉਹ ਤਾਂ ਬਹੁਤ ਚੱਲ ਚੁੱਕਿਆ ਸੀ ਪ੍ਰਭੂ ਨਾਲ। ਇੱਕ ਡਿਵਾਈਨ ਇਹੋ ਜੀ ਅੰਦਰੋਂ ਭੁੱਖ ਪੈਦਾ ਹੋਈ ਕਿ ਮੈਨੂੰ ਹੋਰ ਜਾਣਨਾ ਵਾ। ਪੌਲਸ ਤੂੰ ਕਿੰਨਾ ਕੁ ਜਾਣਨਾ, ਇੰਨਾ ਤਾਂ ਤੂੰ ਜਾਣ ਚੁੱਕਿਆ, ਕਿਉਂਕਿ ਇਹ ਉਹਦੇ ਵੱਲੋਂ ਸੀ, ਲਾਰਡ ਵੱਲੋਂ। ਹਾਲੇਲੂਇਆ। ਤੇ ਫਿਰ ਰਾਈਚਸਨੈਸ ਲਈ ਕੋਈ ਸਟਰਗਲ ਨਹੀਂ ਆ। ਹਾਲੇਲੂਇਆ। ਧਾਰਮਿਕਤਾ ਦੇ ਲਈ ਕੋਈ ਸਟਰਗਲ ਨਹੀਂ ਆ। ਹਾਲੇਲੂਇਆ। ਅੱਜ ਇੱਕ ਯੰਗ ਮੈਨ, ਇੱਕ ਯੂਥ ਕਿਉਂ ਸਟਰਗਲ ਕਰਦਾ ਆਪਦੇ ਸਰੀਰ ਨਾਲ? ਕਿਉਂਕਿ ਉਹ ਲੂਜ਼ ਕਰਨ ਲਈ ਕੁਝ ਵੀ ਤਿਆਰ ਨਹੀਂ ਹੈ ਖੁਦਾ ਦੇ ਲਈ। ਜਦੋਂ ਲੂਜ਼ ਕਰਨਾ ਸ਼ੁਰੂ ਕਰੂਗਾ, ਯਾਨੀ ਛੱਡਣਾ ਸ਼ੁਰੂ ਕਰੂਗਾ, ਆ ਵੀ ਚੀਜ਼ ਛੱਡਤੀ, ਆ ਵੀ। ਇੱਕ ਸੱਚੀ ਘਟਨਾ ਦੱਸਦਾ, ਮੇਰੇ ਫੋਨ ਤੇ ਮੈਸੇਜ ਆਉਣੇ ਸ਼ੁਰੂ ਹੋਏ, ਉਦੋਂ ਮੈਂ ਪਾਸਟਰ ਪੀਟਰ ਹੋਣਾ ਦੇ ਨਾਲ ਟਰਾਂਸਲੇਸ਼ਨ ਕਰਦਾ ਹੁੰਦਾ ਸੀ ਜਾਂ ਉਹਨਾਂ ਦੇ ਅੰਡਰ ਚੱਲਦਾ ਹੁੰਦਾ ਸੀ। ਨਵੇਂ ਨੰਬਰ ਤੋਂ ਫੋਨ ਆਉਣੇ ਸ਼ੁਰੂ ਹੋਏ, ਜੀ ਤੁਸੀਂ ਬਲੈਕ ਕੱਪੜਿਆਂ 'ਚ ਬੜੇ ਸੋਹਣੇ ਲੱਗਦੇ ਆ। ਕੁੜੀ ਦੇ ਮੈਸੇਜ ਆਉਣੇ ਸ਼ੁਰੂ ਹੋਏ ਕਿਸੇ ਦੇ, ਤੁਸੀਂ ਬਹੁਤ ਸਮਾਰਟ ਲੱਗਦੇ, ਤੁਸੀਂ ਇੱਦਾਂ ਲੱਗਦੇ, ਇੱਦਾਂ ਲੱਗਦੇ। ਮੈਂ ਪ੍ਰੇਅਰ 'ਚ ਚਲਾ ਗਿਆ, 2-2:30 ਵਜੇ 3 ਵਜੇ ਰਾਤ ਦੇ ਪ੍ਰੇ ਕਰ ਰਿਹਾ। ਮੈਂ ਕਿਹਾ ਲਾਰਡ ਮੈਂ ਕੀ ਕਰਾਂ? ਜਿਸਮ ਹਮੇਸ਼ਾ ਆੜੇ ਆਊਗਾ ਤੁਹਾਡੇ। ਮੇਰਾ ਮਨ ਪਤਾ ਕੀ ਕਰ ਰਿਹਾ? ਮੈਂ ਪ੍ਰਭੂ 'ਚ ਚੱਲਦਾ ਵਾਂ, ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਨੂੰ ਕੋਈ ਸਿੱਟ ਨਹੀਂ ਸਕਦਾ, ਪਰ ਪਤਾ ਤਾਂ ਕਰੀਏ ਕੌਣ ਆ ਇਹ? ਕੌਣ ਆ ਜਿਹਨੂੰ ਮੇਰੇ ਬਲੈਕ ਕੱਪੜੇ ਬੜੇ ਪਸੰਦ ਆਏ ਹੋਏ? ਇੰਜੋਏ ਕਰਨਾ ਇਸ ਕਲਾਮ ਤੇ। ਯੂਥ ਇੱਥੇ ਫਸ ਜਾਂਦਾ, ਯੂਥ ਫਸ ਗਿਆ ਇੱਥੇ। ਤੁਸੀਂ ਫੋਨ ਲਾਓਗੇ, ਪਤਾ ਕਰੋਗੇ ਕੌਣ ਆ, ਤੁਸੀਂ ਫਸ ਗਏ। ਅੱਗੋਂ ਉਹਨੇ ਕੀ ਕਹਿ ਦੇਣਾ, ਫਿਰ ਤੁਸੀਂ ਕਹਿਣਾ ਮੇਰਾ ਦਿਲ ਟੋਟੇ ਟੋਟੇ ਹੋ ਗਿਆ। ਹਾਲੇਲੂਇਆ। ਮੈਂ ਇਸ ਗੱਲ ਨੂੰ ਜਾਣਨਾ, ਜੇ ਕੁਛ ਮੈਂ ਗੱਲਾਂ ਵਿੱਚ ਕਰਦਾ ਤਾਂ ਕਿ ਤੁਸੀਂ ਸਮਝ ਸਕੋ ਈਜ਼ੀਲੀ। ਮੈਂ ਦੁਆ ਚ ਲਾਰਡ ਮੈਂ ਨੰਬਰ ਦਾ ਕੀ ਕਰਾਂ? ਲਾਰਡ ਨੇ ਮੈਨੂੰ ਕਿਹਾ ਡਿਲੀਟ ਕਰ ਰਾਈਟ ਨਾਓ। ਮੈਂ ਕੁਛ ਪਤਾ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਹ ਕੌਣ ਆ, ਕਿੱਥੋਂ ਆ। ਮੈਂ ਡਿਲੀਟ ਕੀਤਾ ਨੰਬਰ ਉਹ। ਔਰ ਪਤਾ ਕੀ ਹੋਇਆ? ਜਿੱਦਾਂ ਹੀ ਮੈਂ ਸੰਡੇ ਖੜਾ ਦੁਆ ਕਰ ਰਿਹਾ ਵਾਂ, ਪਾਸਟਰ ਪੀਟਰ ਮੇਰੇ ਤੋਂ ਆਏ ਆ, ਕਹਿੰਦੇ ਆਸ਼ੀਸ਼ ਅਗਲੇ ਸੰਡੇ ਤੂੰ ਪ੍ਰੀਚ ਕਰਨਾ। ਹਾਲੇਲੂਇਆ, ਹਾਲੇਲੂਇਆ। ਜ਼ੋਰਦਾਰ ਤਾੜੀ ਵਜਾਈਏ ਲਾਰਡ ਦੇ ਲਈ। ਹਾਲੇਲੂਇਆ, ਹਾਲੇਲੂਇਆ। ਉਹ ਇਹ ਕਿੱਦਾਂ ਹੋ ਗਿਆ? ਇਹ ਪਾਸਟਰ ਪੀਟਰ ਨੇ ਮੈਨੂੰ ਪ੍ਰੀਚ ਕਰਨ ਦਾ ਕਿੱਦਾਂ ਕਹਿਤਾ? ਫੇ ਆਤਮਿਕ ਬੱਤੀ ਜਗੀ ਨਹੀਂ, ਉਹ ਪ੍ਰੀਖਿਆ ਸੀ ਇੱਕ, ਉਹ ਟੈਸਟ ਸੀ ਇੱਕ। ਹਾਲੇਲੂਇਆ। ਕੀ ਲੂਜ਼ ਕਰਨੀ ਤਿਆਰ ਆ ਤੁਸੀਂ ਯਿਸੂ ਮਸੀਹ ਦੇ ਲਈ? ਵਿਸ਼ਵਾਸ ਦੀਆਂ ਅੱਖਾਂ ਨਾਲ ਯਿਸੂ ਮਸੀਹ ਤੁਹਾਡੇ ਅੰਦਰ, ਆਤਮਾ ਦੁਆਰਾ ਦੇਖੋ ਤੁਹਾਡੇ ਅੰਦਰ ਆ ਚੁੱਕਿਆ, ਪਰ ਕੀ ਛੱਡਣ ਲਈ ਤਿਆਰ ਆ ਉਸ ਯਿਸੂ ਮਸੀਹ ਲਈ? ਪੌਲਸ ਕਹਿੰਦਾ ਮੈਂ ਸਾਰਾ ਕੁਝ ਛੱਡਣ ਲਈ ਤਿਆਰ ਆ ਤਾਂ ਕਿ ਮੈਂ ਉਹਨੂੰ ਜਾਣ ਲਵਾਂ। ਤੁਸੀਂ ਕੀ ਛੱਡਣ ਲਈ ਤਿਆਰ? ਹਾਲੇਲੂਇਆ। ਕਿੰਨੇ ਅੱਜ ਬਲੈਸ ਹੋਏ ਕਲਾਮ ਤੋਂ। ਇੰਪੋਸੀਬਲ ਚੀਜ਼ਾਂ ਨੂੰ ਪੋਸੀਬਲ ਉਹ ਕਰੇਗਾ। ਹਾਲੇਲੂਇਆ। ਤੁਹਾਨੂੰ ਪਤਾ ਆਪਾਂ ਨਵਾਂ ਸਾਲਾ ਦੇਖਿਆ ਹੋਇਆ, ਉਹਦੇ ਡਾਕੂਮੈਂਟ ਲਈ ਚੀਜ਼ਾਂ ਨੂੰ ਕਾਫੀ ਹਫ਼ਤੇ ਹੋ ਚੁੱਕੇ ਆ। ਭੈਣ ਭਰਾ ਮੈਨੂੰ ਪੁੱਛਦੇ ਆ, ਕੁਛ ਤਾਂ ਵੈਸੇ ਹੀ ਪੁੱਛਦੇ ਨੌਲੇਜ ਲੈਣ ਨੂੰ, ਪਰ ਕੁਛ ਚਿੰਤਾ ਨਾ ਪੁੱਛਦੇ ਆ ਵੀ ਯਾਰ ਇੰਨਾ ਟਾਈਮ। ਮੈਂ ਉਹਨੂੰ ਕਹਿ ਦਿੰਦਾ ਇੱਥੇ ਬੰਦਗੀ ਹੋ ਰਹੀ ਹੈ ਨਾ, ਲਾਰਡ ਦਾ ਧੰਨਵਾਦ, ਜੋ ਕਰੇਗਾ ਉਹ ਬੈਸਟ ਕਰ ਰਿਹਾ। ਉਹ ਕੁਛ ਕਰ ਰਿਹਾ ਹੋਊਗਾ, ਉਹ ਮਾੜਾ ਨਹੀਂ ਕਰਨ ਲੱਗਾ ਆਪਣੇ ਨਾਲ। ਜੇ ਆਪਾਂ ਉਹਨਾਂ ਚੱਲ ਰਿਹਾ, ਆਪਣਾ ਬੈਸਟ ਹੀ ਹੋਣਾ ਵਾ। ਹਾਲੇਲੂਇਆ। ਇੱਕ ਸੇਵਕ ਨੂੰ ਇਦਾਂ ਸੋਚਣਾ ਚਾਹੀਦਾ ਵਾ ਵੀ ਪਹਿਲਾਂ ਮੈਂ ਮਸੀਹ ਲਈ ਆ, ਫਿਰ ਮੈਂ ਸੇਵਕਾਈ ਲਈ ਆ। ਜੇ ਕੁਛ ਵੀ ਹੋ ਗਿਆ, ਨਹੀਂ ਹੋ ਗਿਆ, ਮੈਂ ਘਰੇ ਤੋਂ ਨਾ ਚੱਲ ਹੀ ਸਕਦਾ, ਘਰੇ ਤੋਂ ਦੁਆ ਕਰ ਹੀ ਸਕਦਾ, ਘਰੇ ਤੋਂ ਨਹੀਂ ਚੱਲਣ ਤੋਂ ਕੋਈ ਰੋਕ ਸਕਦਾ ਮੈਨੂੰ। ਹਾਲੇਲੂਇਆ। ਹਾਲੇਲੂਇਆ। ਭੈਣਾਂ ਨੇ ਕੁਛ ਸਿੱਖਿਆ ਅੱਜ ਦੇ ਕਲਾਮ ਚੋਂ, ਭਾਈਆਂ ਨੇ ਸਿੱਖਿਆ ਅੱਜ ਦੇ ਕਲਾਮ ਚੋਂ। ਹਾਲੇਲੂਇਆ। ਕਿ ਤੁਹਾਡੀ ਦੁਆ ਤੁਹਾਡੇ ਲਈ ਆ, ਤੁਹਾਡੇ ਰੋਜ਼ੇ ਤੁਹਾਡੇ ਲਈ ਆ। ਕੀ ਲਿਖਿਆ? ਕਹਿੰਦਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਨਵੀਂ ਮੈਂ ਪੁਰਾਣੀਆਂ ਮਸ਼ਕਾਂ 'ਚ ਜੇ ਪਾਵਾਂਗੇ, ਮਸ਼ਕਾਂ ਕੀ ਹੋਣਗੀਆਂ? ਪਾਟ ਜਾਣਗੀਆਂ, ਤੇ ਮੈਂ ਤੇ ਮਸ਼ਕ ਦੋਨਾਂ ਦਾ ਨੁਕਸਾਨ ਹੋਵੇਗਾ। ਪਰ ਨਵੀਂ ਮੈਂ ਨਵੀਆਂ ਹੀ ਮਸ਼ਕਾਂ 'ਚ ਜਿਹੜੀ ਤੁਸੀਂ ਪ੍ਰੈਜ਼ੈਂਸ ਮੰਗ ਰਹੇ, ਸਾਮਰਥ ਮੰਗ ਰਹੇ ਆ, ਕਿ ਨਾਲ ਸੁਭਾਅ ਚੇਂਜ ਹੋ ਰਿਹਾ। ਜੇ ਸੁਭਾਅ ਚੇਂਜ ਹੋ ਰਿਹਾ ਵਾ, ਉਹ ਮੈਂ ਟਿਕੂਗੀ ਵੀ, ਤੁਹਾਨੂੰ ਨੁਕਸਾਨ ਵੀ ਨਹੀਂ ਦਊਗੀ। ਹਾਲੇਲੂਇਆ। ਕੁਛ ਲੋਕੀ ਆ ਉਹ ਸਾਮਰਥ ਰੋਜ਼ੇ ਰੱਖ ਕੇ ਪਾ ਰਹੇ ਆ, ਮਸਾ ਪਾ ਰਹੇ ਆ, ਪਰ ਫੋਰਗਿਵਨੈਸ ਨਹੀਂ ਆ। ਇਹੀ ਮਸਾ ਇੱਕ ਦਿਨ ਉਹਨਾਂ ਦੇ ਖਿਲਾਫ ਖੜਾ ਹੋ ਜਾਣਾ, ਇਹ ਬਾਈਬਲ ਦੱਸਦੀ ਹੈ, ਕਿਉਂਕਿ ਉਹ ਫੋਰਗਿਵਨੈਸ 'ਚ ਨਹੀਂ ਆ। ਹਾਲੇਲੂਇਆ। ਹੱਥਾਂ ਨੂੰ ਉਠਾਈਏ, ਦੁਆ ਚੱਲਾਂਗੇ ਅਸੀਂ। ਪੌਲਸ ਨੇ ਬਹੁਤ ਤਾਇਤ ਨਾਲ ਲਾਰਡ ਦਾ ਕੰਮ ਕੀਤਾ। ਵਜ੍ਹਾ ਕੀ ਆ? ਕਿ ਉਹਨੇ ਮਸੀਹ ਨੂੰ ਟੋਟਲੀ ਜੀਵਨ ਦੇ ਦਿੱਤਾ ਸੀ।
ਅੱਜ ਦੋ ਤਰ੍ਹਾਂ ਦੇ ਲੋਕ ਹੋ ਸਕਦੇ ਤੁਸੀਂ। ਅਗਰ ਤੁਸੀਂ ਪਰਮੇਸ਼ਰ ਦੇ ਵਚਨ ਤੇ ਨਹੀਂ ਚੱਲ ਰਹੇ, ਅਗਰ ਫਿਰ ਪ੍ਰੋਬਲਮ ਆ ਤੇ ਫਿਰ ਨਾ ਕਹਿਣਾ ਕਿ ਲਾਅ ਡੱਲੋ ਆ, ਉਹ ਚੀਜ਼ਾਂ ਚੋਂ ਬਾਹਰ ਨਿਕਲੋ। ਅਗਰ ਤੁਸੀਂ ਚੱਲ ਰਹੇ ਆ ਪ੍ਰਭੂ ਦੇ ਨਾਲ ਤੇ ਅਗਰ ਕੋਈ ਪ੍ਰੋਬਲਮ ਆਈ ਆ ਤੇ ਕੁਛ ਪਰਮੇਸ਼ਰ ਵਧੀਆ ਹੀ ਕਰੇਗਾ ਤੁਹਾਡੇ ਨਾਲ। ਇਹ ਅੱਜ ਤੁਹਾਡੇ ਲਈ ਆਨਸਰ ਆ। ਖੜੇ ਹੋਵਾਂਗੇ ਸਾਰੇ, ਪ੍ਰੇਚ ਜਾਵਾਂਗੇ।